Hello and welcome to yet another episode of the series called Teri Meri Kahani. And ਅੱਜ ਜੋ ਗੈਸਟ ਸਾਡੇ ਨਾਲ ਹੈ ਮੈਂ ਪਹਿਲਾਂ ਇਹਨਾਂ ਨੂੰ ਇੰਟਰੋਡਿਊਸ ਕਰਾਉਣ ਤੋਂ ਪਹਿਲਾਂ ਇਹ ਦੱਸਦੀ ਹਾਂ ਕਿ ਇਹਨਾਂ ਇਹਨਾਂ ਦੀ ਐਂਟਰੀ ਇਹਨਾਂ ਦੀ ਲਿਖਤਾਂ ਦੀ ਐਂਟਰੀ ਮੇਰੀ ਜ਼ਿੰਦਗੀ ਵਿੱਚ ਕਦੋਂ ਤੇ ਕਿੱਦਾਂ ਹੋਈ। ਆਈ ਥਿੰਕ ਅੱਜ ਤੋਂ 3-4 ਸਾਲ ਪਹਿਲਾਂ WhatsApp ਦੇ ਇੱਕ ਮੈਸੇਜ ਬਹੁਤ ਘੁੰਮਿਆ ਕਵਿਤਾ ਦੇ ਰੂਪ ਵਿੱਚ ਸੀ। ਜੋ ਕੁਝ ਏਦਾਂ ਸੀ, ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ ਤੇ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ ਤੇ ਕੁੜੀਆਂ ਵੀ ਜਾ ਸਕਦੀਆਂ ਸੀ ਗੌਤਮ ਬੁੱਧ ਵਾਂਗੂ ਨਿਰਵਾਣ ਦੀ ਪ੍ਰਾਪਤੀ ਲਈ। ਤਾਂ ਉਹਨਾਂ 7 ਰਿਸ਼ੀਆਂ ਵਿੱਚ ਕੋਈ ਰਿਸ਼ਿਕਾ ਵੀ ਜ਼ਰੂਰ ਹੁੰਦੀ ਸ਼ਾਮਿਲ, ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ। ਜਦੋਂ ਇਹ ਮੈਂ ਕਵਿਤਾ ਪੜ੍ਹੀ ਤੇ ਕਿੰਨੇ ਦਿਨ ਇਹਦੇ ਬਾਰੇ ਸੋਚਦੀ ਰਹੀ ਔਰ ਫਿਰ ਲੱਭਦੀ ਰਹੀ ਕਿ ਇਹ ਕਿਹਦੇ ਸੋਚ ਚੋਂ ਕਿਹਦੀ ਕਲਮ ਚੋਂ ਨਿਕਲੀ ਹੈ। ਤੇ ਉਦੋਂ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਰਾਈਟਿੰਗਸ ਨੇ ਐਂਟਰ ਕੀਤਾ ਮੇਰੀ ਜ਼ਿੰਦਗੀ ਦੇ ਵਿੱਚ। ਫਿਰ ਮੈਂ ਇਹਨਾਂ ਦੀਆਂ ਬਹੁਤ ਸਾਰੀਆਂ ਪੋਇਮਸ ਆਪਣੇ ਰੇਡੀਓ ਸ਼ੋਜ਼ ਵਿੱਚ ਵੀ ਯੂਜ਼ ਕੀਤੀਆਂ। ਆਈ ਥਿੰਕ ਸਭ ਨੂੰ ਵੈਰੀ ਕਾਮਨ ਜਿਹੜੀ ਇਹਨਾਂ ਦੀ ਬਹੁਤ ਪ੍ਰੋਮੀਨੈਂਟ ਹੈ, ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ। ਸਭ ਨੇ ਸੁਣੀ ਹੋਏਗੀ ਔਰ ਅੰਦਰ ਤੱਕ ਜਾਂਦੀ ਹੈ, ਰੂਹ ਹਿਲਾ ਦਿੰਦੀ ਹੈ। So today's guest on our show is the very prominent poetess Sukhwinder Amrit ji. Hello ma'am. ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੰਨਾ ਇਟਸ ਅ ਪਲੇਜ਼ਰ, ਇੰਨਾ ਮਾਣ ਮੈਨੂੰ ਖੁਦ ਤੇ ਮਹਿਸੂਸ ਹੋ ਰਿਹਾ ਕਿ ਮੈਂ ਤੁਹਾਡੇ ਨਾਲ ਇੰਟਰੈਕਟ ਕਰ ਰਹੀ ਹਾਂ ਔਰ ਮੈਨੂੰ ਏਦਾਂ ਲੱਗ ਰਿਹਾ ਕਿ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਲਈ, ਬੱਚੇ ਤੇ ਬੱਚਿਆਂ ਦੇ ਬੱਚਿਆਂ ਲਈ ਇੰਨੀ ਅੱਛੀ ਲੈਗੇਸੀ ਛੱਡ ਕੇ ਜਾ ਰਹੀ ਹਾਂ ਕਿ ਇਹ ਸੰਭਾਲੀ ਰਹੇਗੀ ਚੀਜ਼ ਕਿ ਇੱਕ ਦਿਨ ਮੈਂ ਵੀ ਸੁਖਵਿੰਦਰ ਅੰਮ੍ਰਿਤ ਨਾਲ ਬੈਠ ਕੇ ਆਪਣੇ ਮਨ ਦੀ ਗੱਲ ਕੀਤੀ ਸੀ, ਉਹਨਾਂ ਦੀ ਮਨ ਦੀ ਸੁਣੀ ਸੀ। ਸੋ ਮੈਂ ਦੱਸ ਨਹੀਂ ਸਕਦੀ ਕਿ ਹਾਊ ਫੋਰਚੂਨੇਟ ਔਰ ਕਿੰਨਾ ਅੱਛਾ ਔਰ ਕਿੱਥੇ ਮੈਂ ਫੀਲ ਕਰ ਰਹੀ ਹਾਂ ਆਪਣੇ ਆਪ ਨੂੰ ਤੁਹਾਡੇ ਨਾਲ ਗੱਲ ਕਰਕੇ ਔਰ ਤੁਸੀਂ ਟਾਈਮ ਦਿੱਤਾ। ਥੈਂਕ ਯੂ ਸੋ ਮਚ। ਮਿਹਰਬਾਨੀ ਪ੍ਰੀਤ ਜੀ। ਸੁਖਵਿੰਦਰ ਮੈਮ, ਪਹਿਲਾਂ ਸ਼ੁਰੂ ਕਰਦੇ ਆ, ਪਿਛੋਕੜ ਚ ਚਲੇ ਜਾਂਦੇ ਆ। ਆਪਣਾ ਜਨਮ, ਆਪਣੇ ਪੇਰੈਂਟਸ ਬਾਰੇ, ਆਪਣੇ ਭੈਣ ਭਰਾਵਾਂ ਬਾਰੇ ਸ਼ੇਅਰ ਕਰੋਗੇ ਤੁਸੀਂ? ਹਾਂਜੀ ਬਿਲਕੁਲ। ਮੇਰਾ ਜਨਮ ਪ੍ਰੀਤ ਜੀ ਇੱਕ ਪਿੰਡ ਆ ਸਦਰਪੁਰਾ, ਤੇ ਸਾਨੂੰ ਨੇੜੇ ਜਿਹੜਾ ਸ਼ਹਿਰ ਲੱਗਦਾ ਉਹ ਜਗਰਾਉਂ ਆ, ਔਰ ਜਿਹੜਾ ਸਾਨੂੰ ਕਸਬਾ ਲੱਗਦਾ ਉਹ ਸਿੱਧਵਾਂ ਬੇਟ ਆ। ਇਹ ਜ਼ਿਲ੍ਹੇ ਲੁਧਿਆਣੇ ਚ ਪੈਂਦਾ। ਔਰ ਮੈਂ ਸਿੱਧਵਾਂ ਬੇਟ ਦੇ ਸਕੂਲ ਚ 9ਵੀਂ ਤੱਕ ਸਿੱਖਿਆ ਪ੍ਰਾਪਤ ਕੀਤੀ ਸੀਗੀ। ਤੇ ਜਦੋਂ ਜ਼ਿਆਦਾ ਸਮਾਨ ਲੈਣਾ ਹੁੰਦਾ ਸੀ ਘਰ ਦਾ ਤਾਂ ਜਗਰਾਉਂ ਜਾਂਦੇ ਸੀ, ਜੇ ਥੋੜਾ ਬਹੁਤਾ ਲੈਣਾ ਹੁੰਦਾ ਸੀ ਤਾਂ ਸਿੱਧਵਾਂ ਬੇਟ। ਪਿੰਡ ਬਹੁਤ ਛੋਟਾ ਸੀ ਉਦੋਂ, ਬਸ 1-2 ਹੱਟੀਆਂ ਸੀਗੀਆਂ ਛੋਟੀਆਂ। ਤੇ ਖੇਤੀ ਕਰਦੇ ਸੀ ਜੀ? ਖੇਤੀ ਵਾਲਾ ਪਰਿਵਾਰ? ਹਾਂਜੀ ਖੇਤੀ ਕਰਦੇ ਸੀਗੇ ਪਿਤਾ ਜੀ। ਵੈਸੇ ਉਹ ਬਸ ਉਹਨਾਂ ਦੀ ਜ਼ਿੰਦਗੀ ਮੇਰੇ ਪਿਤਾ ਜੀ ਦੀ ਥੋੜੀ ਜਿਹੀ ਬਿਖਰੀ ਜੀ ਰਹੀ ਆ, ਉਹ ਅੰਤ ਤੱਕ, ਉਹਨਾਂ ਦੇ ਅੰਤਮ ਸਮੇਂ ਤੱਕ। ਵਿੱਚ ਉਹ ਰਾਜਗੀਰੀ ਵੀ ਕਰਨ ਲੱਗ ਜਾਂਦੇ ਸੀ ਕਦੇ ਫਿਰ ਖੇਤੀ ਕਰਨ ਲੱਗ ਪੈਂਦੇ ਸੀਗੇ ਭਰਾਵਾਂ ਨਾਲ ਰਲ ਕੇ। ਏਦਾਂ ਸਾਂਝੀ ਜ਼ਮੀਨ ਸੀਗੀ ਸਾਡੇ ਦਾਦਾ ਜੀ ਕੋਲੇ। ਬਸ ਖੇਤੀ ਮੇਰੇ ਚਾਚਾ ਜੀ ਹੁਣੇ ਨਹੀਂ ਸੀ ਕਰਦੇ, ਇਸ ਕਰਕੇ ਮੇਰੇ ਪਿਤਾ ਜੀ ਕਦੇ ਉਹਨਾਂ ਤੋਂ ਕਹਿੰਦੇ ਸੀ ਕਿ ਮੈਨੂੰ ਜ਼ਮੀਨ ਤੁਸੀਂ ਠੇਕੇ ਤੇ ਆਪਣੀ ਦੇ ਦਿਓ ਤੇ ਮੈਂ ਕਰਦਾ ਖੇਤੀ। ਕਦੇ ਫਿਰ ਸਾਰੀ ਜ਼ਮੀਨ ਠੇਕੇ ਤੇ ਦੂਜਿਆਂ ਨੂੰ ਦੇ ਦਿੰਦੇ ਸੀ। ਏਦਾਂ ਦਾ ਸੀਗਾ ਥੋੜਾ ਜਿਹਾ। ਤੇ ਥੋੜੀ ਜ਼ਮੀਨ ਸੀਗੀ, ਇਸ ਕਰਕੇ ਇੱਕ ਮਤਲਬ ਪੂਰੀ ਤਰ੍ਹਾਂ ਖੇਤੀ ਤੇ ਨਿਰਭਰ ਨਹੀਂ ਸੀਗਾ ਜੀਵਨ। ਕਦੇ ਉਹਨਾਂ ਨੂੰ ਲੱਗਦਾ ਸੀ ਵੀ ਖੇਤੀ ਜੇ ਬਹੁਤਾ ਜ਼ਿਆਦਾ ਮੁਨਾਫਾ ਨਹੀਂ ਹੁੰਦਾ ਤੇ ਫਿਰ ਉਹ ਰਾਜਗੀਰੀ ਕਰਨ ਲੱਗ ਜਾਂਦੇ ਸੀਗੇ, ਮਿਸਤਰੀਆਂ ਵਾਲਾ ਕੰਮ। ਤੇ ਸੁਖਵਿੰਦਰ ਮੈਮ, ਲਿਖਣ ਦਾ, ਪੜ੍ਹਨ ਦਾ ਇਹ ਘਰ ਦੇ ਵਿੱਚ ਸ਼ੁਰੂ ਤੋਂ ਸੀ ਕੋਈ ਮਾਹੌਲ ਏਦਾਂ ਦਾ, ਸਪੋਰਟ ਜਾਂ? ਨਹੀਂ ਜੀ, ਏਦਾਂ ਕੋਈ ਮਾਹੌਲ ਨਹੀਂ ਸੀਗਾ। ਬਸ ਸਾਡੇ ਘਰ ਦੇ ਵਿੱਚ ਜਿਹੜਾ ਮਾਹੌਲ ਸੀ, ਕਿਉਂਕਿ ਥੋੜਾ ਪੜ੍ਹੇ ਹੋਏ ਸੀਗੇ ਸਾਰੇ ਨਾ ਮੇਰੇ ਮਾਂ ਪਿਓ। ਮਤਲਬ ਪਤਾ ਨਹੀਂ 2-4 ਜਮਾਤਾਂ ਹਨਾ, ਜਿਵੇਂ ਥੋੜਾ ਜਿਵੇਂ ਅੱਖਰ ਉਠਾਲਣੇ ਸਿੱਖ ਲੈਂਦੇ ਹੁੰਦੇ ਸੀਗੇ ਪਹਿਲਾਂ। ਵੀ ਸਕੂਲ ਵੀ ਨਹੀਂ ਸਜਾਉਂਦੇ ਹੁੰਦੇ। ਬਾਅਦ ਚ ਮੇਰੀ ਮਾਂ ਨੇ ਮੈਨੂੰ ਬਹੁਤ ਅੰਤਮ ਸਮੇਂ ਕੋਲੇ ਆ ਕੇ ਉਹਨਾਂ ਦਾ ਜਿਹੜਾ ਜਦੋਂ ਥੋੜੇ ਜਿਹੇ ਬਜ਼ੁਰਗ ਹੋ ਗਏ ਹਨਾ, ਤਾਂ ਕਹਿੰਦੇ ਜਾਣੀ ਜਦੋਂ ਪੂਰੇ ਹੋਏ ਉਦੋਂ ਥੋੜਾ ਚਿਰ ਪਹਿਲਾਂ,
ਤੇ ਮੈਨੂੰ ਕਹਿੰਦੇ ਮੈਂ ਸਕੂਲ ਦੇ ਕੋਲ ਦੀ ਲੰਘ ਕੇ ਨਹੀਂ ਦੇਖਿਆ, ਪਰ ਉਹ ਸਾਨੂੰ ਏਦਾਂ ਲੱਗਦਾ ਰਿਹਾ ਵੀ ਜਿਵੇਂ ਉਹ 5 7 8 ਜਮਾਤਾਂ ਸ਼ਾਇਦ ਪੜ੍ਹੇ ਹੋਣਗੇ, ਕਿਉਂਕਿ ਜਿਵੇਂ ਉਹ ਸਾਰੇ ਗ੍ਰੰਥ ਪੜ੍ਹ ਲੈਂਦੇ ਸੀਗੇ, ਉਹ ਧਾਰਮਿਕ ਗ੍ਰੰਥਾਂ ਨੂੰ ਬਹੁਤ ਮਤਲਬ ਉਹਨਾਂ ਨੂੰ ਚੰਗੇ ਲੱਗਦੇ ਸੀਗੇ, ਤੇ ਉਹ ਕੋਈ ਨਾ ਗੁਰਦੁਆਰੇ ਦੇ ਵਿੱਚੋਂ ਗ੍ਰੰਥ ਲੈ ਆਉਂਦੇ ਹੁੰਦੇ ਸੀਗੇ, ਫਿਰ ਉਹ ਪੜ੍ਹਦੇ ਹੁੰਦੇ ਸੀਗੇ। ਕਦੇ ਕਬੀਰ ਦੀਆਂ ਸਾਖੀਆਂ ਲੈ ਆਉਣੀਆਂ, ਕਦੇ ਫਰੀਦ ਦੀਆਂ ਸਾਖੀਆਂ, ਕਦੇ ਬਾਬੇ ਨਾਨਕ ਦੀ ਸਾਡੇ ਹਮੇਸ਼ਾ ਹੀ ਹੁੰਦੇ ਸੀਗੇ ਪੱਕੇ। ਸੋ ਇਸ ਤਰ੍ਹਾਂ ਸੀ ਤੇ ਮਾਹੌਲ। ਤੁਸੀਂ ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਕਲਮ ਦੇ ਨਾਲ, ਕਾਗਜ਼ਾਂ ਨਾਲ ਕਦੋਂ ਤੋਂ ਪਈ ਹੈ ਇਹ ਸਾਂਝ? ਇਹ ਪ੍ਰੀਤੀ ਮੈਨੂੰ ਐਂ ਲੱਗਦਾ ਵੀ ਜਿਵੇਂ ਨਾ, ਵੀ ਜਿਵੇਂ ਆਪਣਾ ਕੋਈ ਜੀਨਸ ਦਾ ਜੇ ਆਪਾਂ ਕਹਿੰਦੇ ਰੋਲ ਆ ਹਨਾ ਆਪਣੀ ਬਣਤਰ ਦੇ ਵਿੱਚ, ਵੀ ਕੁਦਰਤ ਕਈ ਵਾਰੀ ਤੁਹਾਨੂੰ ਸਾਰੇ ਜੀਆਂ ਨਾਲੋਂ ਵੱਖਰਾ ਬਣਾ ਕੇ ਭੇਜ ਦਿੰਦੀ ਆ। ਤਾਂ ਮੈਂ ਪਰਿਵਾਰ ਦੇ ਜੀਆਂ ਤੋਂ ਆਪਣੇ ਆਪ ਨੂੰ ਵੱਖਰੀ ਮਹਿਸੂਸ ਕਰਦੀ ਹਾਂ। ਮੇਰੇ ਤੇ ਵੱਖਰੀ ਇੱਕ ਅਲੌਕਿਕ ਬਖਸ਼ਿਸ਼ ਹੋਈ ਆ, ਜਿਹੜੀ ਕਿ ਮੈਨੂੰ ਜਿਹਨੇ ਕਵਿਤਾ ਲਿਖਣ ਲਾਤਾ, ਕਿਉਂਕਿ ਮੈਨੂੰ ਕੋਈ ਸੁਰਤ ਨਹੀਂ ਸੀਗੀ ਜਦੋਂ ਮੈਂ ਅੱਖਰ ਜੋੜਨ ਲੱਗ ਪਈ ਸੀ। ਬਸ ਮੈਂ ਏਦਾਂ ਹੀ ਕਹਿੰਦੀ ਹੁੰਦੀ ਹਾਂ ਵੀ ਮੈਂ ਤੇ ਕਵਿਤਾ ਇਕੱਠੀਆਂ ਹੀ ਜੰਮੀਆਂ ਪਲੀਆਂ ਵੱਡੀਆਂ ਹੋਈਆਂ। ਸੋ ਕਿਉਂਕਿ ਬਸ ਸੁਰ ਤੋਂ ਆਉਂਦੇ ਸਾਰੀ ਮੈਂ ਤੁਕਾਂ ਜੋੜਨ ਲੱਗ ਪਈ ਸੀਗੀ, ਤੇ ਝਿੜਕਾਂ ਵੀ ਖਾਣ ਲੱਗ ਪਈ ਸੀ। ਜੀ 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 ਤੇ ਝਿੜਕਾਂ ਦੀ ਵੀ ਪੂਰੀ ਬਰਸਾਤ ਹੁੰਦੀ ਸੀ ਕਿ ਲਿਖਣਾ, ਕਿਉਂਕਿ ਆਬਵੀਅਸਲੀ ਇਨਕਰੇਜ ਕੋਈ ਨਹੀਂ ਕਰਦਾ ਸੀ ਉਸ ਟਾਈਮ ਤੇ ਨਾ। ਹਾਂਜੀ, ਇੱਕ ਸਮਝ ਵੀ ਨਹੀਂ ਸੀ ਨਾ ਉਹਨਾਂ ਨੂੰ। ਹਾਂਜੀ, ਉਹੀ ਕਿ ਸਮਝ ਔਰ ਉਨੀ ਐਜੂਕੇਸ਼ਨ। ਕਿਉਂਕਿ ਜਿਹੜੇ ਸਾਡੇ ਮਾਪੇ, ਪਰੰਪਰਿਕ ਮਾਪੇ ਹੁੰਦੇ ਆ ਜਾਂ ਹੁਣ ਵੀ ਹੈਗੇ ਨੇ ਇਹੋ ਜਿਹੇ ਪਰਿਵਾਰ, ਇਹੋ ਜਿਹੇ ਮਾਪੇ, ਉਹ ਸੋਚਦੇ ਆ ਵੀ ਚਲੋ ਧੀਆਂ ਨੂੰ ਬਸ ਇੰਨਾ ਕੁ ਪੜ੍ਹਾ ਦਈਏ ਵੀ ਥੋੜਾ ਬਹੁਤਾ ਆਪਣਾ। ਵੀ ਸਾਡੇ ਗੁਆਂਢੀਆਂ ਦੀ ਇੱਕ ਨਾ ਬੇਟੀ ਦੀ ਗੱਲ ਮੈਂ ਦੱਸਦੀ ਹਾਂ, ਤੇ ਉਹ ਕਹਿੰਦੀ ਵੀ ਮੈਂ ਨਾ ਹੁਣ ਸਕੂਲੇ ਨਹੀਂ ਜਾਣਾ, ਕਿਉਂਕਿ ਜਿਵੇਂ 5ਵੀਂ 7ਵੀਂ ਤੱਕ ਨਾ ਬੱਚੇ ਏਦਾਂ ਰਿਹਾੜ ਜਿਹੀ ਕਰਦੇ ਹੁੰਦੇ ਆ ਵੀ ਮੈਂ ਜਾਣਾ ਨੀ ਹਨਾ। ਤੇ ਉਹ ਕਹਿੰਦੇ ਵੀ ਉਹਦੇ ਦਾਦਾ ਜੀ ਕਹਿੰਦੇ ਕੁੜੀ ਦੇ ਹਨਾ ਵੀ ਪੁੱਤ ਤੈਨੂੰ ਚਿੱਠੀ ਲਿਖਣੀ ਆ ਗਈ? ਤੇ ਉਹ ਕਹਿੰਦੀ ਬਾਪੂ ਜੀ ਆ ਗਈ। ਕਹਿੰਦੇ ਚੱਲ ਫੇਰ ਠੀਕ ਆ, ਕਹਿੰਦੇ ਫੇਰ ਨਾ ਜਾ, ਕਹਿੰਦੇ ਕਿਉਂਕਿ ਚਿੱਠੀ ਲਿਖਣੀ ਆਉਣੀ ਚਾਹੀਦੀ ਆ ਉਹਨਾਂ ਨੂੰ। ਮਤਲਬ ਫੇਰ ਵੀ ਸਿਆਣੇ ਸੀਗੇ ਵੀ ਜੇ ਬੱਚੀ ਸਾਡੀ ਕੱਲ ਨੂੰ ਸਹੁਰੇ ਜਾ ਕੇ ਕੋਈ ਔਖੀ ਕੋਈ ਉਹਨੂੰ ਗੱਲ ਲਿਖਣੀ ਪਈ, ਆਪਣਾ ਦੁੱਖ ਲਿਖਣਾ ਪਿਆ, ਤਾਂ ਚਿੱਠੀ 'ਚ ਲਿਖ ਦਊਗੀ ਨਾ, ਦੱਸ ਦਊਗੀ। ਸੋ ਹਾਂ, ਤੇ ਇੰਨਾ ਕੀ ਬਸ ਉਹ ਮਤਲਬ ਸੋਚਦੇ ਸੀਗੇ ਧੀਆਂ ਬਾਰੇ। ਚਲੋ ਸ਼ੁਕਰ ਇੰਨਾ ਕਿ ਵੀ ਕੋਈ ਸੋਚਦਾ ਸੀਗਾ, ਨਹੀਂ ਤੇ ਕਈ ਤਾਂ ਇੰਨਾ ਵੀ ਨਹੀਂ ਸੀ ਸੋਚਦੇ। ਹਾਂਜੀ ਹਾਂਜੀ ਹਾਂਜੀ, ਇਸ ਤਰ੍ਹਾਂ ਦਾ ਸਾਡਾ ਸੀਗਾ ਹਨਾ। ਤੇ ਮੈਮ ਇੱਕ ਮੈਂ ਸੁਣੀ ਸੀ ਉਹ ਤੁਹਾਡੀ ਮਦਰ ਦੀ ਗੀਤਾਂ ਵਾਲੀ ਕਾਪੀ ਵਾਲਾ ਇਨਸੀਡੈਂਟ ਸ਼ੇਅਰ ਕਰੋ। ਉਹ ਤਾਂ ਏਦਾਂ ਸੀ ਪ੍ਰੀਤ ਜੀ ਵੀ ਉਹ ਮੇਰੀ ਜਿਹੜੀ ਮਾਂ ਸੀਗੀ ਨਾ, ਉਹਦੀਆਂ ਜਿਹੜੀਆਂ ਉਹਦੇ ਸੁਪਨੇ ਸੀ, ਜਾਂ ਨਾ ਜਿਵੇਂ ਕੁੜੀਆਂ ਦੇ ਸੁਪਨੇ ਹੁੰਦੇ ਆ, ਉਹਦੇ ਚਾਅ ਸੀਗੇ, ਮਤਲਬ ਮੈਂ ਉਹਨਾਂ ਨੂੰ ਆਪਣੇ ਘਰ ਵਿੱਚ ਰੁਲਦੇ ਦੇਖਿਆ। ਤੁਸੀਂ ਸਭ ਤੋਂ ਵੱਡੇ ਹੋ ਨਾ ਭੈਣਾਂ ਭਰਾਵਾਂ 'ਚ? ਹਾਂਜੀ ਹਾਂਜੀ, ਮੈਂ ਵੱਡੀ ਹਾਂ। ਔਰ ਜਦੋਂ ਮੈਂ ਥੋੜੀ ਵੱਡੀ ਹੋ ਰਹੀ ਸੀ ਤੇ ਮੇਰੀ ਮਾਂ ਵੀ ਜਵਾਨ ਸੀਗੀ, ਉਹਦਾ ਵੀ 16 17 ਸਾਲਾਂ ਦੀ ਉਮਰ 'ਚ ਵਿਆਹ ਹੋ ਗਿਆ ਸੀ, ਤੇ ਮੈਂ ਵੱਡੀ ਉਹਦੀ ਜੇਠੀ ਧੀ ਆ ਹਨਾ। ਸੋ ਜਦੋਂ ਸਗੋਂ ਮੇਰਾ ਹਾਂ ਅੱਛਾ, ਜਦੋਂ ਮੇਰਾ ਵਿਆਹ ਹੋਇਆ ਮੈਂ ਵੀ ਜੇਠਾ ਬੱਚਾ ਹੈ ਉਹਨਾਂ ਦਾ। ਤੁਸੀਂ ਆਪਣੇ ਮਾਪਿਆਂ ਦੇ ਜੇਠੇ ਬੱਚੇ ਆ? 5 ਭੈਣਾਂ 'ਚੋਂ ਵੀ ਸਭ ਤੋਂ ਵੱਡੀ ਆ, ਇਸ ਲਈ ਮੈਂ ਤੁਹਾਡੀ ਬਹੁਤ ਸਾਰੀਆਂ ਚੀਜ਼ਾਂ ਨਾਲ ਹਾਂਜੀ ਬਸ ਉਹ ਮੇਰੀ ਮਾਂ ਦੀ ਜਾਣੀ ਮੈਂ ਕਾਪੀ ਰੁਲਦੀ ਦੇਖੀ ਆ, ਜਿੱਤੇ ਉਹਦੇ ਆਪਣੇ ਮਨਪਸੰਦ ਦੇ ਗੀਤ ਹੁੰਦੇ ਸੀਗੇ ਲਿਖੇ ਹੋਏ, ਉਹ ਜਿਵੇਂ ਇੱਧਰ ਉੱਧਰੋਂ ਸੁਣ ਕੇ ਉਤਾਰ ਲੈਂਦੀ ਸੀ ਵਿਆਹ ਸ਼ਾਦੀਆਂ ਵਾਲੇ ਜਾਂ ਹੋਰ ਕੋਈ ਧਾਰਮਿਕ ਗੀਤ। ਸੋ ਫਿਰ ਬਸ ਏਦਾਂ ਦੀ ਉਹ ਇੱਕ ਯਾਦ, ਸੁਪਨੇ ਵਰਗੀ ਯਾਦ ਆ ਮੇਰੀ, ਜਿਹੜੀ ਪਹਿਲਾਂ ਉਹ ਬਹੁਤ ਸਾਡੇ ਤੋਂ ਖੋ ਰੱਖਦੀ ਸੀਗੀ ਬੱਚਿਆਂ ਕੋਲੋਂ, ਆਪਣੀ ਕਾਪੀ ਉੱਚੇ ਥਾਂ ਤੇ ਰੱਖ ਦਿੰਦੀ ਸੀਗੀ, ਪਰ ਫਿਰ ਮੈਂ ਵੇਖਿਆ ਉਹਦਾ ਪੁਰਜਾ ਖਿਲ ਰਿਹਾ, ਬਰਕਾ ਹੋਇਆ, ਫਿਰ ਪਤਾ ਨੀ ਕਿੱਥੇ ਚਲੀ ਗਈ। ਫਿਰ ਮੈਂ ਕਹਿੰਦੀ ਉਹਨਾਂ ਗੀਤਾਂ ਦੀ ਸ਼ਾਇਦ ਖਾਦ ਪੈ ਗਈ ਮੇਰੇ ਗੀਤਾਂ ਦੀਆਂ ਜੜ੍ਹਾਂ ਵਿੱਚ, ਸ਼ਾਇਦ ਉਹੀ ਗੀਤ ਮੇਰੇ ਕੋਲੋਂ ਨਵੀਂ ਰੂਹ ਲਿਖਵਾਏ ਕੁਦਰਤ ਨੇ। ਹਾਂਜੀ, ਮੈਂ ਉਸ ਕਵਿਤਾ ਦੇ ਵਿੱਚ ਲਿਖਦੀ ਗਈਆਂ ਇੱਕ ਨਾ ਜਿਹੜੀ ਮੇਰੀ ਮਾਂ ਬਾਰੇ ਕਵਿਤਾ ਵਾ, ਵੀ ਮੈਂ ਜਦੋਂ ਆਪਣੀ ਮਾਂ ਨੂੰ ਮਿਲਣ ਜਾਂਦੀ ਹਾਂ ਤਾਂ ਮੈਂ ਉਹਦੀ ਰੂਹ ਚੋਂ ਗੁਆਚੇ ਹੋਏ ਗੀਤ ਭਾਲਦੀ ਹਾਂ, ਤੇ ਉਹਨਾਂ ਗੀਤਾਂ ਨੂੰ ਫਿਰ ਨਵੇਂ ਸਿਰੇ ਤੋਂ ਆਪਣੀ ਕਾਪੀ ਤੇ ਲਿਖਦੀ ਹਾਂ। ਤੇ ਹਾਂ, ਮੈਨੂੰ ਲੱਗਦਾ ਵੀ ਉਹਦੀਆਂ ਜਿਹੜੀਆਂ
ਅਧੂਰੀਆਂ ਰਹਿ ਗਈਆਂ ਰੀਝਾਂ ਹਨਾ। ਉਹਦੀ ਜਿਹੜੀ ਉਹ ਮਨਪਸੰਦ ਦੇ ਗੀਤ ਜਿਹੜੇ ਉਹ ਸਾਂਭ ਕੇ ਰੱਖਦੀ ਸੀ, ਜਿਹੜੇ ਉਹ ਗਾਉਣੇ ਚਾਹੁੰਦੀ ਸੀਗੀ, ਜਿਹੜੇ ਉਹ ਤੋਂ ਨਹੀਂ ਗਾਏ ਗਏ, ਜਿਹੜੇ ਉਹ ਤੋਂ ਨਹੀਂ ਮਤਲਬ ਪਿਆਰੇ ਗਏ ਆ ਹਨਾ, ਤੇ ਉਹ ਮੈਂ ਉਹਦੀ ਰੀਝਾਂ ਪੂਰੀਆਂ ਕਰਦੀਆਂ, ਉਹਦੇ ਗੀਤ ਮੈਂ ਲਿਖਦੀ ਆ। ਪਰ ਜਦੋਂ ਤੁਸੀਂ ਉਦੋਂ ਛੋਟੇ ਹੁੰਦੇ ਲਿਖਦੇ ਸੀ, ਜਦੋਂ ਸਕੂਲ ਜਾਂਦੇ ਸੀ ਜਾਂ ਲਿਖਦੇ ਸੀ, ਤੇ ਭਾਵੇਂ ਉਹਨਾਂ ਦੇ ਆਪਣੇ ਸੁਪਨੇ ਨਹੀਂ ਪੂਰੇ ਹੋਏ ਸੀ, ਪਰ ਉਹਨਾਂ ਨੇ ਉਦੋਂ ਵੀ ਕੋਸ਼ਿਸ਼ ਨਹੀਂ ਕੀਤੀ ਕਿ ਤੁਹਾਡੇ ਥਰੂ ਆਪਣੇ ਸੁਪਨਿਆਂ ਨੂੰ ਪੂਰਾ ਕਰਾਂ ਔਰ ਤੁਹਾਨੂੰ ਸਪੋਰਟ ਕਰਾਂ? ਉਹ ਸਪੋਰਟ ਕਰ ਨਹੀਂ ਸੀ ਸਕਦੇ ਉਦੋਂ ਨਾ, ਪਿਤਾ ਜੀ ਦੇ ਸੁਭਾਅ ਕਰਕੇ। ਪਿਤਾ ਜੀ ਦਾ ਸੁਭਾਅ ਬਹੁਤ ਜ਼ਿਆਦਾ ਅੜਬ ਸੀਗਾ, ਤੇ ਬਹੁਤ ਜ਼ਿਆਦਾ ਮਤਲਬ ਇਸ ਕਰਕੇ ਉਹ ਸਾਨੂੰ ਕੁੱਟਮਾਰ ਕਰ ਦਿੰਦੇ ਸੀਗੇ ਉਹ, ਮੇਰੀ ਮਾਂ ਨੂੰ ਵੀ। ਤੇ ਇਸ ਕਰਕੇ ਉਹ ਮੇਰੀ ਮਾਂ ਮੇਰੀ ਨਿਆਣੀ ਸੀਗੀ, ਤੇ ਨਿਆਣੀ ਜੀ ਦੀ ਕਬੀਲਦਾਰੀ ਗਲ ਪੈ ਗਈ, ਤੇ ਉਹ ਸਹਿਮੀ ਰਹਿੰਦੀ ਸੀਗੀ ਬਹੁਤ, ਮੇਰੇ ਪਿਓ ਤੋਂ ਬਹੁਤ ਡਰਦੀ ਸੀਗੀ। ਤੇ ਜਦੋਂ ਉਹਨੂੰ ਬਸ ਜਦੋਂ ਘਰ ਵਿੱਚ ਅਸੀਂ ਕੋਈ ਮਤਲਬ ਬੱਚੇ ਸ਼ਰਾਰਤ ਕਰਦੇ ਸੀ, ਫਿਰ ਆਈ ਕਹਿੰਦੀ ਸੀਗੀ ਵੀ ਤੁਹਾਡਾ ਪਿਓ ਨਾਲ ਆ, ਜਦੋਂ ਪਿਓ ਨੂੰ ਪਤਾ ਲੱਗ ਗਿਆ ਫਿਰ ਐਂ ਹੋ ਜੂ। ਬਸ ਉਹ ਪਿਓ ਦਾ ਡਰਾਵਾ ਦਿੰਦੀ ਸੀ ਕਿ ਪਿਓ ਦਾ, ਅਸੀਂ ਸੱਚੀ ਪਿਓ ਤੋਂ ਇੰਨਾ ਡਰਦੇ ਸੀਗੇ ਵੀ ਉਹ ਇਸ ਤਰ੍ਹਾਂ ਦਾ ਸੀਗਾ। ਬਸ ਲਿਖਦੇ ਰਹਿੰਦੇ ਸੀ ਫਿਰ ਫਾੜ ਦਿੰਦੇ ਸੀ? ਹਾਂ ਏਦਾਂ ਬਸ। ਜਦੋਂ ਮੈਂ ਤਾਂ ਨਹੀਂ ਸੀ ਰੁਕਿਆ ਜਾਂਦਾ, ਫਿਰ ਮੈਂ ਆਪਣਾ ਗੀਤ ਲਿਖ ਕੇ ਆਪੇ ਪਾੜ ਦਿੰਦੀ ਸੀਗੀ। ਕਿਤੇ ਜੇ ਮੇਰੀ ਮਾਂ ਨੂੰ ਦੁਬਾਰਾ ਪਤਾ ਲੱਗ ਗਿਆ ਤਾਂ ਫਿਰ ਕਿਤੇ ਫਿਰ ਉਹੀ ਗੱਲ ਨਾ ਹੋਵੇ, ਮੇਰੇ ਪਿਤਾ ਤੱਕ ਗੱਲ ਪਹੁੰਚ ਜਾਵੇ, ਤੇ ਫਿਰ ਪਤਾ ਨਹੀਂ ਕੀ ਹੋਵੇ ਹਨਾ। ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ। ਤੇ ਫਿਰ ਮੈਮ 17 ਸਾਲ ਦੇ 9ਵੀਂ ਪਾਸ ਸੁਖਵਿੰਦਰ ਨੂੰ ਰਿਸ਼ਤਾ ਆਉਂਦਾ, ਰਿਸ਼ਤਾ ਤੈਅ ਹੋ ਜਾਂਦਾ, ਤੇ ਵਿਆਹ ਹੀ ਜਾਂਦੇ ਹੋ, ਤੇ ਉਹ ਆਰਾਮ ਨਾਲ ਐਕਸੈਪਟ ਹੋ ਗਿਆ ਸੀ ਕਿ ਹੁਣ ਮੈਂ ਵੀ ਉਦਾਂ ਦੀ ਲੀਹ ਤੇ ਤੁਰ ਰਹੀ ਹਾਂ ਜਿਹੜੀ ਲੀਹ ਤੇ ਮੇਰੀ ਮਾਂ ਤੁਰੀ ਸੀ, ਏਦਾਂ ਹੀ ਉਹਨਾਂ ਦੀ ਜ਼ਿੰਦਗੀ ਸ਼ੁਰੂ ਹੋਈ ਸੀ? ਉਸ ਟਾਈਮ ਤੇ ਕੋਈ ਹੋਰ ਥਾਟ ਆਇਆ ਜਾਂ ਦਿਲ ਨਹੀਂ ਕੀਤਾ ਕਿ ਬਗਾਵਤ ਕਰ ਦਵਾਂ? ਪ੍ਰੀਤ ਜੀ ਏਦਾਂ ਸੀਗਾ, ਮੈਂ ਤਾਂ ਬਗਾਵਤ ਕੀ ਕਰਨੀ ਸੀਗੀ ਹਨਾ। ਇਹੋ ਜਿਹੇ ਇੱਕ ਮਾਹੌਲ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਨੇ, ਅਨਪੋਲ ਜੀ ਬੱਚੀ ਨੇ ਹਨਾ, ਕੀ ਬਗਾਵਤ ਕਰਨੀ ਸੀਗੀ। ਤੇ ਬਸ ਮੈਂ ਤਾਂ ਇਹੀ ਸੋਚਦੀ ਸੀਗੀ ਵੀ ਚਲੋ ਧੀਆਂ ਦਾ ਕਿਹੜਾ ਇੱਕ ਘਰ ਹੁੰਦਾ ਹਨਾ, ਵੀ ਜਦੋਂ ਮੈਂ ਆਪਣੇ ਸਹੁਰੇ ਪਰਿਵਾਰ ਚ ਜਾਊਂਗੀ, ਮੇਰੇ ਅੰਦਰ ਇੱਕ ਆਸ ਸੀ ਹਨਾ, ਇੱਕ ਦੁਬਾਰਾ ਇੱਕ ਨਵਾਂ ਜੀਵਨ ਜਿਉਣ ਦੀ ਆਸ ਸੀਗੀ, ਵੀ ਉੱਥੇ ਇੱਕ ਹੋਰ ਸ਼ਾਇਦ ਚੰਗਾ ਪਰਿਵਾਰ ਹੋਵੇ ਮੈਨੂੰ ਸਮਝਣ ਵਾਲਾ। ਤਾਂ ਇਸ ਤਰ੍ਹਾਂ ਬਸ ਉਹ ਦਿਨ ਮੈਂ ਜਿਹੜਾ ਮੈਂ ਆਪਣੇ ਵਿਆਹ ਨੂੰ ਉਡੀਕਦੀ ਸੀ ਸਗੋਂ, ਵੀ ਮੈਂ ਕਦੋਂ ਵੀ ਮੈਂ, ਕਿਉਂਕਿ ਲੱਗਦਾ ਨਹੀਂ ਸੀ ਕਿ ਇੱਥੋਂ ਹੋਰ ਕੋਈ ਤਰੀਕੇ ਨਾਲ ਨਿਕਲਿਆ ਜਾ ਸਕਦਾ। ਹਾਂ, ਵੀ ਇੱਥੋਂ ਆਜ਼ਾਦੀ ਸਿਰਫ ਉਦੋਂ ਹੀ ਮਿਲਣੀ ਆ ਜਦੋਂ ਮੇਰੀ ਇਸ ਘਰ ਦੇ ਵਿੱਚ ਡੋਲੀ ਜਾਣੀ ਆ, ਮੈਂ ਦੂਸਰੇ ਪਰਿਵਾਰ ਚ, ਜਿਹਨੂੰ ਅਸੀਂ ਆਪਣਾ ਘਰ ਕਹਿੰਦੇ ਆ। ਧੀਆਂ ਦਾ ਆਪਣਾ ਘਰ ਹੁੰਦਾ, ਪਰ ਭਾਵੇਂ ਕਿ ਉਹ ਵੀ ਨਹੀਂ ਹੁੰਦਾਗਾ, ਪਰ ਅਸੀਂ ਕਹਿੰਦੇ ਆ ਕਿ ਧੀਏ ਜਾ ਆਪਣੇ ਘਰ ਹਨਾ, ਧੀਏ ਘਰ ਜਾ ਆਪਣੇ, ਸਾਡਾ ਚਿੜੀਆਂ ਦਾ ਚੰਗਾ ਵੇ। ਤੁਸੀਂ ਪਹੁੰਚ ਗਏ, ਫਿਰ ਤੁਹਾਡੀ ਸ਼ਾਦੀ ਹੋ ਜਾਂਦੀ ਹੈ, ਤੇ ਤੁਸੀਂ ਆਪਣੇ ਅਸਲੀ ਘਰ ਪਹੁੰਚ ਗਏ ਹੋ, ਜਿਹੜਾ ਕਹਿੰਦਾ ਹੈ ਹਰ ਬੰਦਾ। ਹਾਂਜੀ ਉੱਥੇ ਜਾ ਕੇ ਫਿਰ ਹਾਂ, ਉੱਥੇ ਜਾ ਕੇ ਪਤਾ ਲੱਗਿਆ ਕਿ ਨਹੀਂ, ਉਹ ਵੀ ਮੈਨੇ ਭੁਲੇਖਾ ਹੀ ਲੈ ਕੇ ਆਈ, ਮੇਰਾ ਭੁਲੇਖਾ ਹੀ। ਹਾਂ, ਵੀ ਮੈਂ ਭੁਲੇਖਾ ਹੀ ਲੈ ਕੇ ਆਈ ਆਪਣੇ ਨਾਲ। ਉੱਥੇ ਜਾ ਕੇ ਅਸਲੀ ਮਤਲਬ ਮੈਨੂੰ ਇੱਕ ਜਿਹੜਾ ਕੁੜੀਆਂ ਦਾ ਇੱਕ ਸਾਂਝਾ ਦਰਦ ਹੁੰਦਾ, ਇੱਕ ਜਿਹੜਾ ਹਨਾ ਦੂਸਰੇ ਘਰ, ਫਿਰ ਪਤਾ ਲੱਗਿਆ ਵੀ ਮੈਂ ਬਗਾਨੇ ਘਰ ਆਈ ਹਾਂ ਅਸਲ ਵਿੱਚ। ਵੀ ਫਿਰ ਮੈਂ ਇੱਕ ਨਾ ਗਜ਼ਲ ਲਿਖੀ ਸੀਗੀ ਪ੍ਰੀਤ ਜੀ, ਵੀ ਬੜੀ ਹੀ ਨਰਮ ਪੱਤੀ ਹਾਂ, ਤੂਫਾਨਾਂ ਦੀ ਸਤਾਈ ਹਾਂ, ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ ਚ ਆਈ ਹਾਂ, ਮੈਂ ਕਿਸ ਨੂੰ ਆਪਣਾ ਆਖਾਂ ਕਿ ਇੱਥੇ ਕੌਣ ਹੈ ਮੇਰਾ, ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ, ਮੇਰਾ ਜੱਗ ਤੇ ਮੁਕਾਮ ਹੈ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ, ਕੋਈ ਆਖੇ ਮੈਂ ਜ਼ਰਾ ਹਾਂ, ਕੋਈ ਆਖੇ ਖੁਦਾਈ ਹਾਂ, ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨੁਕੂਲ ਹੀ ਜਾਪਣ, ਮੈਂ ਬਾਰਿਸ਼ ਨੇ ਵੀ ਝੰਬੀ ਹਾਂ, ਮੈਂ ਧੁੱਪ ਨੇ ਵੀ ਤਪਾਈ ਹਾਂ। ਸੋ ਇਸ ਤਰ੍ਹਾਂ ਦੀਆਂ, ਹਾਂਜੀ, ਇਸ ਤਰ੍ਹਾਂ ਦੀਆਂ ਉਦੋਂ ਦੀ ਜਿਹੜੀ ਫਿਰ ਮੇਰੇ ਮਨ ਦੀ ਜਿਹੜੀ ਪੀੜ ਸੀਗੀ, ਏਦਾਂ ਫਿਰ ਅੱਖਰਾਂ ਚ ਢਲਣੀ ਸ਼ੁਰੂ ਹੋ ਗਈ, ਜਦੋਂ ਮੈਨੂੰ ਪਤਾ ਲੱਗਿਆ ਵੀ ਕੋਈ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਅਸਲ ਦੇ ਵਿੱਚ। ਤੇ ਫਿਰ ਉਹ ਜਿਹੜੀ ਰੀਝ ਸੀ ਸੁਖਵਿੰਦਰ ਮੈਮ ਲਿਖਣ ਦੀ, ਪੜ੍ਹਨ ਦੀ, ਉਹ ਤਰਲਾ ਬਣ ਗਈ? ਹਾਂਜੀ, ਬਸ ਫਿਰ ਮੈਂ ਤਰਲਿਆਂ ਤੇ ਉਤਰੀ ਮੈਨੂੰ, ਕਿਉਂਕਿ ਮੇਰੇ ਕੋਲ ਕੋਈ ਹਥਿਆਰ ਨਹੀਂ ਸੀਗਾ ਲੜਨ ਵਾਸਤੇ, ਮੈਂ ਬਗਾਵਤ ਨਹੀਂ ਸੀ ਕਰ ਸਕਦੀ ਨਾ, ਕਿਉਂਕਿ
ਕੁੜੀਆਂ ਬਗਾਵਤ ਤਾਂ ਹੀ ਕਰ ਸਕਦੀਆਂ ਵਾ ਜੇ ਉਹ ਮਤਲਬ ਪੜ੍ਹੀਆਂ ਲਿਖੀਆਂ ਹੋਣ, ਆਪਣੇ ਪੈਰਾਂ ਤੇ ਖੜੀਆਂ ਹੋਣ, ਕਮਾਉਂਦੀਆਂ ਹੋਣ। ਉਹ ਜਦੋਂ ਉਹਨਾਂ ਨੇ ਹਰ ਛੋਟੀ ਛੋਟੀ ਚੀਜ਼ ਲਈ ਦੂਜੇ ਜੀਆਂ ਦੀ ਮਤਲਬ ਮਤਾਜਗੀ ਕਰਨੀ ਆ, ਹਨਾ, ਹੱਥ ਨਿੱਕੀ ਮੋਟੀ ਆਪਣੀ ਚੀਜ਼ ਲੈਣ ਲਈ ਉਹਨਾਂ ਦੇ ਮੂੰਹ ਵੱਲ ਦੇਖਣਾ, ਉਹਨਾਂ ਦੀ ਜੀਭ ਵੱਲ ਵੇਖਣਾ, ਫਿਰ ਉਹ ਕਿਵੇਂ ਉਹ ਬਗਾਵਤ ਕਰ ਸਕਦੀ ਆ ਕੁੜੀ। ਮਤਲਬ ਇਹ ਆ ਕਿ ਜੇ ਮੈਂ ਸਹੁਰੇ ਬਗਾਵਤ ਕਰ ਦਿੱਤਾ, ਬਸ ਮੈਂ ਪੇਕੇ ਜਾ ਸਕਦੀ ਸੀ ਫਿਰ ਉਸੇ ਮਾਹੌਲ 'ਚ ਜਿੱਥੋਂ ਕਿ ਮੈਂ ਮਸਾਂ ਨਿਕਲੀ ਸੀਗੀ। ਤਾਂ ਫਿਰ ਮੈਨੂੰ ਲੱਗਿਆ ਕਿ ਚਲੋ ਇਹਨਾਂ ਦਾ ਸੁਭਾਅ ਮੇਰੇ ਸਰਦਾਰ ਜੀ ਦਾ ਠੀਕ ਸੀਗਾ, ਵੀ ਕਿਤੇ ਨਾ ਕਿਤੇ ਪਿਘਲ ਜੂਗਾ ਇਹ ਬੰਦਾ। ਸੋ ਤਰਲੇ ਕਰ ਕਰਕੇ ਫਿਰ ਉਹ ਤਰਲੇ ਕਰਦੇ ਕਰਦੇ 10-12 ਸਾਲ ਲੱਗ ਗਏ, 10 ਸਾਲ ਲੱਗ ਗਏ। ਹਾਂਜੀ, 2 ਸਾਲ ਜਿਵੇਂ ਪਹਿਲਾਂ ਮੈਂ ਹਟੀ ਰਹੀ ਸੀਗੀ ਵਿਆਹ ਤੋਂ ਪਹਿਲਾਂ, ਤੇ ਫਿਰ 10 ਸਾਲ ਇੱਥੇ ਮੈਂ ਤੋਬਾ 10 ਤਰਲੇ ਕੀਤੇ। ਸੋ ਫਿਰ ਸਕੂਲੇ ਜਾਣ ਦਾ, ਜਾਣੀ ਕਿ ਮੈਨੂੰ ਕਿਵੇਂ ਮੈਂ 9ਵੀਂ ਜਮਾਤ ਹੀ ਪਾਸ ਕੀਤੀ ਸੀ ਨਾ, ਤੇ ਫਿਰ 10 ਸਾਲਾਂ ਬਾਅਦ ਮੇਰੇ ਹਸਬੈਂਡ ਨੇ ਕਿਹਾ ਵੀ ਚਲੋ ਤੁਸੀਂ ਕਿਤਾਬਾਂ ਲੈ ਲਓ 10ਵੀਂ ਦੀਆਂ, ਕਿਉਂਕਿ ਮੈਂ ਉਹਨਾਂ ਨੂੰ ਆਏ ਕਹਿੰਦੀ ਸੀ ਬੱਚਿਆਂ ਦੀਆਂ ਕਿਤਾਬਾਂ ਲੈਣ ਜਾਂਦੀ ਸੀ। ਇਹ ਮਿਰੇਕਲ ਕਿੱਦਾਂ ਹੋਇਆ, ਇਹ ਮੈਜਿਕ? ਇਹ ਏਦਾਂ ਹੋਇਆ ਵੀ ਨਾ, ਬਸ ਮੇਰੇ ਮਨ ਵਿੱਚ ਜਿਵੇਂ ਮੈਂ ਥੋੜੀ ਜਿਹੀ ਵੱਡੀ ਹੋ ਰਹੀ ਸੀ ਸਮੇਂ ਦੇ ਨਾਲ, ਮੈਂ ਸੋਚਦੀ ਰਹਿੰਦੀ ਸੀ ਤਰਕੀਬਾਂ, ਕੋਈ ਢੰਗ ਵੀ ਕਿਵੇਂ ਮੈਂ ਮਨਾਵਾਂ, ਕਿਹੜੀ ਗੱਲ ਅਸਰ ਕਰੂਗੀ ਇਹਨਾਂ ਦੇ ਮਨ ਤੇ। ਬਸ ਮੈਂ ਐਵੇਂ ਇੱਕ ਦਿਨ ਕਿਹਾ, ਮੈਂ ਕਿਹਾ ਦੇਖਿਓ ਹੁਣ ਆਪਣੇ ਬੱਚੇ ਆ ਜਿਹੜੇ, ਵੀ ਇਹ ਹੁਣ ਟਿਊਸ਼ਨਾਂ ਪੜ੍ਹਿਆ ਕਰਨਗੇ, ਭੇਜਣੇ ਪਿਆ ਕਰਨਗੇ, ਨਾਲੇ ਪੈਸੇ ਖਰਚ ਹੋਇਆ ਕਰਨਗੇ। ਮੈਂ ਕਿਹਾ ਜੇ ਮੈਂ ਪੜ੍ਹੀ ਲਿਖੀ ਹੁੰਦੀ ਮੈਂ ਆਪ ਹੀ ਪੜ੍ਹਾ ਲਿਆ ਕਰਨੀਆਂ ਸੀ ਇਹਨਾਂ ਨੂੰ ਸਾਰੀਆਂ ਮਤਲਬ ਕਿਤਾਬਾਂ ਅੰਗਰੇਜ਼ੀ ਦੀਆਂ, ਹਿਸਾਬ ਦੀਆਂ। ਤੇ ਮੈਂ ਕਿਹਾ ਤੁਸੀਂ ਮੈਨੂੰ ਪੜ੍ਹਨ ਕਿਉਂ ਨਹੀਂ ਲਾਇਆ ਹੈਗਾ, ਵੀ ਹੁਣ ਵੀ ਲਾ ਦੋ, ਹਲੇ ਵੀ ਕੁਛ ਨੀ ਵਿਗੜਿਆ ਹੈਗਾ, ਵੀ ਮੈਂ ਪੜ੍ਹ ਲੈਂਦੀ ਆ, ਨਾਲ ਮੈਂ ਬੱਚਿਆਂ ਨੂੰ ਪੜ੍ਹਾਇਆ ਕਰੂੰਗੀ, ਨਾਲ ਆਪ ਪੜ੍ਹਿਆ ਕਰੂੰਗੀ। ਤੇ ਨਾਲੇ ਮੈਂ ਕਿਹਾ ਤੁਸੀਂ ਕਿਸੇ ਨਾ ਪੜ੍ਹੇ ਲਿਖੇ ਬੰਦੇ ਨਾਲ ਗੱਲ ਕਰਕੇ ਦੇਖਿਓ। ਮੈਂ ਕਿਹਾ ਜੇ ਉਹਨਾਂ ਨੇ ਕਿਹਾ ਵੀ ਪੜ੍ਹਨਾ ਲਿਖਣਾ ਮਾੜੀ ਗੱਲ ਹੁੰਦੀ ਆ, ਫਿਰ ਤੁਸੀਂ ਭਾਵੇਂ, ਮੈਂ ਕਿਹਾ ਮੈਨੂੰ ਕਦੇ ਵੀ ਨਾ ਪੜ੍ਹਨ ਲਾਇਓ, ਪਰ ਮੈਂ ਕਿਹਾ ਤੁਸੀਂ ਇੱਕ ਵਾਰੀ ਕਿਸੇ ਨਾਲ ਗੱਲ ਤਾਂ ਕਰਕੇ ਦੇਖੋ ਵੀ ਏਦਾਂ ਮੇਰੀ ਘਰ ਵਾਲੀ ਤਰਲੇ ਕਰਦੀ ਆ, ਉਹਨੂੰ ਏਦਾਂ ਸ਼ੌਂਕ ਆ ਨਾ ਪੜ੍ਹਨ। 10 ਸਾਲ ਤੋਂ ਤਰਲੇ ਕਰਦੀ ਆ। ਹਾਂ, ਬਸ ਫਿਰ ਉਹ ਜਿੱਦਾਂ ਵੀ ਕੋਈ ਸਮਾਂ ਸੀਗਾ ਆਇਆ ਹੋਇਆ, ਠੀਕ ਮੇਰਾ ਮੁਕੱਦਰ ਉਦੋਂ ਉਸ ਵੇਲੇ ਕਰਵਟ ਲੈਣੀ ਸੀ ਮੇਰੀ ਕਿਸਮਤ ਨੇ। ਸੋ ਇਹਨਾਂ ਨੇ ਮੁੱਲਾਂਪੁਰ ਦਾਖਾ ਵਰਕਸ਼ਾਪ ਸੀਗੀ, ਹੁਣ ਤਾਂ ਚਲੋ ਹੈ ਨੀ ਗੀ, ਬੰਦ ਕਰਤੀ। ਫਿਰ ਉਹਨਾਂ ਨੇ ਇੱਕ ਨਾ ਸੁਧਾਰ ਕਾਲਜ ਤੋਂ ਪ੍ਰੋਫੈਸਰ ਆਏ ਤੇ ਉਹਨਾਂ ਨਾਲ ਗੱਲ ਕੀਤੀ ਹੋਣੀ ਆ ਕਿਤੇ ਏਦਾਂ ਹੀ ਭੋਲੇ ਪਾ ਨਾ, ਤੇ ਉਹ ਸੰਤ ਸਿੰਘ ਸਿੱਖੋਂ ਆਪਣੇ ਉੱਥੇ ਦਾਖੇ, ਹੁਣ ਤਾਂ ਚਲੋ ਪੂਰੇ ਹੋ ਗਏ, ਉਦੋਂ ਹੁੰਦੇ ਸੀਗੇ। ਫਿਰ ਉਹਨਾਂ ਨੇ ਉਹ ਜਿਹੜੇ ਪ੍ਰੋਫੈਸਰ ਸਾਹਿਬ, ਉਹਨਾਂ ਨੇ ਸੰਤ ਸਿੰਘ ਸਿੱਖੋਂ ਦੀ ਉਦਾਹਰਣ ਦੇ ਕੇ ਲੇਖਕਾਂ ਦੀਆਂ ਤਾਰੀਫਾਂ ਕੀਤੀਆਂ, ਪੜ੍ਹਨ ਦੀਆਂ, ਲਿਖਣ ਦੀਆਂ। ਉਹਨਾਂ ਨੇ ਕਿਹਾ ਵੀ ਜੇ ਸ਼ੌਕ ਆ ਉਹਨਾਂ ਨੂੰ ਤਾਂ ਜ਼ਰੂਰ ਉਹਨਾਂ ਨੂੰ ਪੜ੍ਹਨ ਲਾ, ਉਹਨਾਂ ਨੂੰ ਸਪੋਰਟ ਕਰ, ਤੇ ਵੀ ਏਦਾਂ ਲੇਖਕਾਂ ਦੀ ਸ਼ਾਨ ਬਹੁਤ ਹੁੰਦੀ ਆ, ਵੀ ਜੇ ਲੇਖਕ ਲਿਖਣਗੇ ਨਹੀਂ ਤੇ ਆਪਣੇ ਬੱਚੇ ਪੜ੍ਹਨਗੇ ਕਿੱਥੋਂ, ਸਿਲੇਬਸ ਕਿੱਥੋਂ ਬਣਨਗੇ, ਕਿਤਾਬਾਂ ਕਿੱਥੋਂ ਛਪਣਗੀਆਂ। ਸੋ ਇਹਨਾਂ ਦੇ ਪਤਾ ਨੀ ਕਿਹੜੀ ਗੱਲ ਉਹਨਾਂ ਦੀ ਅਸਰ ਕਰ ਗਈ। ਘਰੇ ਆ ਕੇ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਹੁਣ ਤੇਰੀ ਕਾਪੀ ਪਾੜ ਦਿੰਦੀ, ਤੂੰ ਸਾਹਮਣੇ ਬੈਠ ਕੇ ਲਿਖ ਲਿਆ ਕਰ, ਕਾਪੀ ਤੂੰ ਲੁਕੋ ਕੇ ਨਾ ਰੱਖਿਆ ਕਰ। ਤੇ ਉਹ ਸੋ ਬਾਅਦ ਵਿੱਚ ਯਕੀਨ ਆਇਆ, ਨੀਂਦ ਆ ਗਈ ਸੀ ਉਦੋਂ? ਬਹੁਤ, ਮੇਰੇ ਬਹੁਤ ਜ਼ਿਆਦਾ, ਮਤਲਬ ਮੇਰੀ ਜ਼ਿੰਦਗੀ ਚ ਮੈਂ ਕਹਿੰਦੀ ਵੀ ਓਦਾਂ ਇੱਕ ਉਹ ਦਿਨ ਚਾਨਣ ਵਾਲਾ ਸੀਗਾ, ਬਾਕੀ ਦਿਨ ਤਾਂ ਹਨੇਰੇ ਹੀ ਸੀਗੇ। ਉਸ ਦਿਨ ਚ ਲਾਈਟ ਸੀਗੀ, ਉਸ ਦਿਨ ਚ ਰੋਸ਼ਨੀ ਸੀ। ਪਰ ਮੈਮ ਜਦੋਂ 10 ਸਾਲ ਤੁਸੀਂ ਲੱਗੇ ਹੋਏ ਸੀ ਬਾਰ-ਬਾਰ ਸਮਝਾਉਣ, ਆਪਣੇ ਤਰੀਕੇ ਨਾਲ ਤਰਲੇ ਪਾਉਣ ਕਿ ਪੜ੍ਹ ਲੈਂਦੇ ਹੋ, ਉਦੋਂ ਕਿਸੇ ਟਾਈਮ ਤੇ ਥੱਕੇ ਨਹੀਂ, ਹਾਰੇ ਨਹੀਂ, ਇਹ ਨਹੀਂ ਸੋਚਿਆ ਕਿ ਚਲੋ ਛੱਡੋ ਇੰਨਾ ਟਾਈਮ ਨਿਕਲ ਗਿਆ, ਹੁਣ ਮੈਂ ਕੀ ਬਾਰ-ਬਾਰ ਇੰਨੇ ਸਾਲਾਂ ਤੋਂ ਇੱਕੋ ਗੱਲ ਕਰੀ ਜਾ ਰਹੀ ਹਾਂ, ਕੋਈ ਸੁਣ ਨਹੀਂ ਰਿਹਾ? ਇਹ ਕਿੱਥੋਂ ਵਿਸ਼ਵਾਸ ਸੀ ਕਿ ਕਦੀ ਸੁਣੀ ਜਾਊਗੀ? ਪਤਾ ਨਹੀਂ ਕਿੱਥੋਂ, ਸ਼ਾਇਦ ਨਾ ਮੈਂ ਰੇਡੀਓ ਸੁਣਦੀ ਹੁੰਦੀ ਸੀਗੀ, ਮੈਨੂੰ ਸਾਡੇ ਘਰ ਚ ਹੋਰ ਤਾਂ ਕੁਛ ਨਹੀਂ ਸੀ ਹੁੰਦਾਗਾ, ਰੇਡੀਓ ਤੋਂ ਮੈਨੂੰ ਇੱਕ ਪ੍ਰੇਰਨਾ ਮਿਲਦੀ ਸੀਗੀ। ਰੇਡੀਓ ਚ ਅਕਸਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ, ਕਲਾਕਾਰਾਂ ਬਾਰੇ ਦੱਸਿਆ ਜਾਂਦਾ ਸੀਗਾ, ਜਾਣਕਾਰੀ ਦਿੱਤੀ ਜਾਂਦੀ ਸੀ, ਉਹਨਾਂ ਦੇ ਨਾਲ ਮੁਲਾਕਾਤਾਂ ਕਰਵਾਈਆਂ ਜਾਂਦੀਆਂ ਸੀ, ਤੇ ਉਹ ਮੇਰੇ ਕੰਨਾਂ ਚ ਪੈਂਦੀਆਂ ਰਹਿੰਦੀਆਂ ਸੀ ਵੀ ਜਿਨ੍ਹਾਂ ਨੇ ਕੁਛ ਪ੍ਰਾਪਤ ਕੀਤਾ, ਜ਼ਿੰਦਗੀ ਦੇ ਵਿੱਚ ਵੱਖਰਾ ਰਾਹ ਚੁਣਿਆ, ਉਹਨਾਂ ਨੂੰ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਦੀ ਮਿਹਨਤ ਕਦੇ ਵੀ ਬੇਕਾਰ ਨਹੀਂ ਗਈ। ਉਹਨਾਂ ਨੂੰ ਜ਼ਰੂਰ ਉਹਨਾਂ ਦੀ ਮਿਹਨਤ ਦਾ, ਉਹਨਾਂ ਦੇ ਸੰਘਰਸ਼ ਦਾ, ਉਹਨਾਂ ਦੇ ਕੀਤੇ ਕੰਮ ਦਾ ਮਤਲਬ ਫਲ ਮਿਲਿਆ ਵਾ। ਤੇ ਮੈਨੂੰ ਇਹ ਮਾਸਟਰ ਜੀ ਨੇ ਦੱਸਦਾ ਸੀਗਾ ਵੀ ਤੂੰ ਜੋ ਕਰ ਰਹੀ ਹੈ ਉਹ ਬਹੁਤ ਚੰਗਾ ਕਰ ਰਹੀ ਹੈ। ਸਕੂਲੇ ਜਦੋਂ ਮੇਰੇ ਮਾਸਟਰ ਜੀ ਨੂੰ ਪਤਾ ਲੱਗਿਆ ਸੀ ਨਾ ਵੀ ਮੈਂ ਗੀਤ ਜੋੜਦੀ ਹਾਂ, ਮੇਰੇ ਪੰਜਾਬੀ ਵਾਲੇ ਮਾਸਟਰ ਜੀ ਕਹਿੰਦੇ ਤੂੰ ਵੱਡੀ ਹੋ ਕੇ ਕਵਿੱਤਰੀ ਬਣੇਗੀ, ਅੰਮ੍ਰਿਤਾ ਪ੍ਰੀਤਮ ਵਾਂਗੂ। ਸੋ ਉਹ
ਹਾਂ ਉਹ ਗੱਲ ਮੇਰੇ ਮਨ ਵਿੱਚ ਬੈਠ ਗਈ ਕਿਤੇ ਵੀ ਮੈਂ ਤਾਂ ਕੋਈ ਵੱਡੀ ਸ਼ਖਸੀਅਤ ਬਣਨਾ ਵਾ, ਵੀ ਜਿਹਦਾ ਨਾਂ ਇੰਨੇ ਆਦਰ ਨਾਲ ਲਿਆ ਜਾਂਦਾ, ਵੀ ਅਧਿਆਪਕ ਵੱਡੇ ਹਾਰੇ ਵੀ ਨਹੀਂ, ਇੰਨੇ ਆਦਰ ਥੱਕੇ ਨਾਲ ਨਾਮ ਨਹੀਂ, ਲੈਂਦੇ ਆ। ਇੰਨੇ ਸਾਲ ਨਹੀਂ ਤਾਂ ਬੰਦਾ ਗਿਵ ਅਪ ਕਰ ਦਿੰਦਾ ਕਿ ਇਹ ਤਾਂ ਬਣ ਨਹੀਂ ਰਹੀ ਗੱਲ, 6 ਮਹੀਨੇ, ਸਾਲ, 2 ਸਾਲ, 4 ਸਾਲ, ਕਿ ਮੈਂ ਹੁਣ ਛੱਡ ਦਵਾਂ ਗੱਲ ਕਹਿਣੀ। ਤੇ ਮੈਮ ਜਦੋਂ ਸਕੂਲ, ਉਸੇ ਸਕੂਲ ਜਿਸ ਸਕੂਲ ਚ ਬੱਚੇ ਜਾਂਦੇ ਸੀ, ਮੇਰੇ ਖਿਆਲ ਬੇਟੀ ਤੁਹਾਡੀ ਫਰਸਟ ਵਿੱਚ ਸੀ ਉਦੋਂ, ਤੇ ਬੇਟਾ ਸ਼ਾਇਦ ਲੋਅਰ ਕੇਜੀ ਅਪਰ ਕੇਜੀ ਸੀਗਾ। ਹਾਂਜੀ, ਮੈਂ ਇੱਕ ਗੱਲ ਹੋਰ ਦੱਸਣੀ ਆ ਵੀ ਜਿਹੜੀ ਮੈਂ ਨਾ ਕਦੇ ਕਿਸੇ ਮੁਲਾਕਾਤ ਚ ਦੱਸਦੀ ਨੀ, ਵਿੱਚੋਂ ਲੰਘ ਜਾਂਦਾ ਇਹ ਨਾ, ਇੱਕ ਗੱਲ ਮੇਰੀ ਵੀ ਮੈਂ ਜਿਹੜੇ ਸਭ ਤੋਂ ਪਹਿਲਾਂ ਜਿਹੜੇ ਫਿਰ ਮੈਂ ਲੇਖਕ ਨੂੰ ਮਿਲੀ ਜਾਣੀ, ਮੇਰੇ ਹਸਬੈਂਡ ਮੈਨੂੰ ਆਪ ਲੈ ਕੇ ਗਏ, ਉਹ ਸੰਤ ਸਿੰਘ ਸਿੱਖੋਂ ਸੀਗੇ, ਉਹਨਾਂ ਨੂੰ ਮਿਲਾ ਕੇ ਲਿਆਏ। ਫਿਰ ਉਹ ਮੈਨੂੰ ਕਦੇ ਜਾਣੀ ਕੁਛ ਚਿਰਾਂ ਬਾਅਦ, 2-4 ਮਹੀਨਿਆਂ ਬਾਅਦ ਉਹ ਲੈ ਜਾਂਦੇ ਸੀ ਸਕੂਟਰ ਤੇ ਬਿਠਾ ਕੇ ਉੱਥੇ, ਤੇ ਮਿਲਾ ਲਿਆਉਂਦੇ ਸੀ ਐਤਵਾਰ ਨੂੰ। ਹਾਂ, ਤੇ ਉੱਥੋਂ ਮੈਨੂੰ ਫਿਰ ਸੰਤ ਸਿੰਘ ਸਿੱਖੋਂ ਉਹਨਾਂ ਨਾਲ ਗੱਲ ਕਰਕੇ, ਉਹਨਾਂ ਦੇ ਨਾਲ ਮਤਲਬ ਉਹਨਾਂ ਤੋਂ ਫਿਰ ਪ੍ਰੇਰਨਾ ਹੋਰ ਮਿਲਦੀ ਸੀਗੀ। ਸ਼ਾਬਾਸ਼, ਫਿਰ ਤੁਹਾਨੂੰ ਪੂਰਾ ਸਪੋਰਟ ਉਹਦੇ ਤੋਂ ਬਾਅਦ ਕੀਤਾ, ਮਤਲਬ ਫੈਮਿਲੀ ਵੱਲੋਂ। ਤੇ ਮੈਂ ਇੱਕ ਛੋਟਾ ਜਿਹਾ ਨਾਵਲ ਵੀ ਲਿਖਿਆ ਸੀਗਾ ਸੰਤ ਸਿੰਘ ਸਿੱਖੋਂ ਉਹਨਾਂ ਦੀ ਪ੍ਰੇਰਨਾ ਦੇ ਨਾਲ, ਕਿਉਂਕਿ ਉਹ ਆਪ ਨਾਵਲਕਾਰ ਸੀ, ਕਹਾਣੀਕਾਰ, ਆਲੋਚਕ, ਵਿਦਵਾਨ ਸੀਗੇ। ਸੋ ਇਸ ਤਰ੍ਹਾਂ ਉਹ ਮੈਨੂੰ ਲੈ ਕੇ ਜਾਂਦੇ ਰਹੇ, ਫਿਰ ਆਪ ਉਹਨਾਂ ਨੂੰ ਮਿਲਾਉਣ ਵਾਸਤੇ। ਇਸ ਤਰ੍ਹਾਂ 10ਵੀਂ ਹੋ ਜਾਂਦੀ ਹੈ, ਫਿਰ 10ਵੀਂ ਤੋਂ ਬਾਅਦ ਅੱਗੇ ਪੜ੍ਹਨ ਲਈ ਤਾਂ ਨਹੀਂ ਕੋਈ ਜਦੋਜਹਿਦ ਕਰਨੀ ਪਈ? ਫਿਰ ਮਨ ਨਹੀਂ, ਫਿਰ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਗਿਆ ਸੀਗਾ। ਜ਼ਿਆਦਾ ਠੀਕ ਉਦੋਂ ਹੋਇਆ ਜਦੋਂ ਜਿਹੜੇ ਮੇਰੇ ਵੱਡੇ ਜੀ ਸੀ ਸਾਡੇ, ਮੇਰੇ ਸੱਸ ਸਹੁਰਾ ਸਾਹਿਬ ਮੇਰੇ ਨਾ ਸਾਰੇ, ਇਹਨਾਂ ਨੂੰ ਤਾਂ ਉਦੋਂ ਲੱਗਿਆ ਵੀ ਜਦੋਂ ਲੋਕਾਂ ਨੇ ਆ ਕੇ ਕਹਿਣਾ ਸ਼ੁਰੂ ਕੀਤਾ, ਤੁਹਾਡੀ ਨੌਂ ਰਾਣੀ ਅੱਜ ਟੀਵੀ ਚ ਆਈ ਸੀ, ਜਾਂ ਤੁਹਾਡੀ ਵਹੁਟੀ ਅੱਜ ਅਖਬਾਰ ਚ ਆਈ ਸੀ, ਤਾਂ ਫਿਰ ਇਹਨਾਂ ਨੂੰ ਲੱਗਿਆ ਵੀ ਕੋਈ ਖਾਸ ਹੀ ਗੱਲ ਹੋਣੀ ਆ, ਵੀ ਜਿਹੜੀ ਇਹ ਅਖਬਾਰਾਂ ਟੈਲੀਵਿਜ਼ਨਾਂ ਚ ਆਉਣ ਲੱਗ ਗਈ। ਫਿਰ ਥੋੜਾ ਜਿਹਾ ਇਹਨਾਂ ਦਾ ਮਨ ਬਦਲਿਆ, ਕਿਉਂਕਿ ਸਮਝ ਨਹੀਂ ਸੀ ਲੱਗਦੀ ਵੀ ਸਮਝਾਇਆ ਵੀ ਕਿਵੇਂ ਜਾਵੇ, ਹਨਾ ਵੀ ਜਿਵੇਂ ਮਾਪੇ ਡਰੇ ਹੁੰਦੇ ਆ ਨਾ ਆਪਣੀ, ਮਤਲਬ ਮੈਂ ਸੋਚਦੀ ਹਾਂ ਵੀ ਉਹ ਡਰੇ ਹੋਏ ਸੀ ਆਪਣੀ ਨੌਂ ਧੀ ਦੀ ਖੱਜਲ ਖੁਆਰੀ ਤੋਂ, ਹਨਾ ਸਾਡੇ ਸਮਾਜ ਦੇ ਵਿੱਚ ਜਿਵੇਂ। ਤੇ ਮੈਮ ਜਦੋਂ ਫਿਰ ਤੁਸੀਂ ਗ੍ਰੈਜੂਏਸ਼ਨ ਕੀਤੀ, BA ਕੀਤੀ? ਮੈਂ ਹਾਂਜੀ MA ਕਰ ਲਈ ਪੰਜਾਬੀ ਦੀ MA ਕੀਤੀ ਲਗਾਤਾਰ, ਫਿਰ ਸਟੈਪ ਬਾय ਸਟੈਪ ਅੱਗੇ? ਇਹ ਵਿੱਚ ਕੋਈ ਬ੍ਰੇਕ ਜੀ ਵੀ ਮੈਂ ਹਾਂਜੀ ਬ੍ਰੇਕ ਆ ਗਈ ਸੀ। ਫਿਰ ਮੈਂ ਜਦੋਂ 12 ਜਮਾਤਾਂ ਪੜ੍ਹ ਲਈਆਂ ਤੇ ਮੇਰਾ ਥੋੜਾ ਚਾਅ ਪੂਰਾ ਹੋ ਗਿਆ, ਫਿਰ ਮੇਰੇ ਮਨ 'ਚ ਇੱਕ ਹੋਰ ਗੱਲ ਆਈ, ਮੈਂ ਕਿਹਾ ਚਲੋ ਵੀ ਹੁਣ ਮੈਨੂੰ ਵੀ ਜਿਹੜੀ ਮੈਂ ਜਿੱਥੇ ਜਾਣਾ ਸੀ, ਅਸਲ ਦੇ ਵਿੱਚ ਤਾਂ ਮੈਂ ਕਾਪੀ ਲੈਣੀ ਸੀਗੀ, ਕਿਤਾਬ ਲੈਣੀ ਸੀ, ਉਹ ਮੈਨੂੰ ਮਿਲ ਗਈ। ਮੈਂ ਹੁਣ ਕਿਤਾਬ ਵੀ ਖਰੀਦ ਲੈਂਦੀ ਸੀ ਆਪਣੀ ਮਨਪਸੰਦ ਦੀ, ਤੇ ਆਪਣੀ ਕਾਪੀ ਵੀ ਮੇਰੇ ਕੋਲੇ ਹੁੰਦੀ ਸੀ। ਹੁਣ ਮੈਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਸੀਗਾ, ਮੈਨੂੰ ਲੱਗਦਾ ਸੀ ਵੀ ਉਹ ਸਾਰੀ ਦੁਨੀਆ ਮੈਨੂੰ ਮਿਲ ਗਈ ਆ। ਔਰ ਮੈਂ ਸੋਚਿਆ ਹੁਣ ਚਲੋ ਪੜ੍ਹ ਕੇ ਤਾਂ ਚਾਅ ਪੂਰਾ ਕਰ ਲਿਆ, ਵੀ ਹੁਣ ਨਾ ਮੈਨੂੰ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਵਾਂ, ਤੇ ਮੈਂ 12ਵੀਂ ਤੋਂ ਬਾਅਦ ਫੇਰ ਹਟ ਗਈ ਪੜ੍ਹਨਾ। ਅੱਛਾ, ਉਹ ਤੁਹਾਡੀ ਆਪਣੀ ਚੋਇਸ ਸੀ? ਹਾਂਜੀ, ਉਹ ਸੀਗਾ ਮੇਰਾ। ਮੈਂ ਸੋਚਿਆ ਮੈਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਵਾਂ, ਵੀ ਮੈਂ ਹੁਣ ਪੜ੍ਹ ਕੇ ਕੀ ਕਰਨਾ, ਇਹਨਾਂ ਨੂੰ ਚੰਗੀਆਂ ਨੌਕਰੀਆਂ ਤੇ ਲਾਵਾਂ ਪੜ੍ਹਾ ਕੇ। ਸੋ ਇਹ ਮੈਂ 4-5 ਸਾਲ ਦਾ ਫੇਰ ਗੈਪ ਪੈ ਗਿਆ ਵਿੱਚ। ਹਾਂਜੀ, ਅੱਛਾ। ਜਦੋਂ ਮੇਰੀ ਪਹਿਲੀ ਕਿਤਾਬ ਫਿਰ 1997 ਚ, ਜਿਵੇਂ ਮੈਂ 1991 ਦੇ ਵਿੱਚ 10ਵੀਂ ਕੀਤੀ ਸੀ, 97 ਚ ਮੇਰੀ 91 ਚ 10ਵੀਂ, ਫਿਰ 11ਵੀਂ 12ਵੀਂ ਨਾ, 92-93 ਤੱਕ। ਫਿਰ ਮੇਰੀ ਜਿਹੜੀ ਕਿਤਾਬ 1997 ਚ ਆਈ, 97 ਦੇ ਵਿੱਚ ਪਹਿਲੀ, ਤਾਂ ਉਦੋਂ ਮੈਨੂੰ ਇੰਨੀ ਜ਼ਿਆਦਾ ਮਤਲਬ ਮੇਰੇ ਚ ਐਨਰਜੀ ਆਈ, ਇੰਨਾ ਜ਼ਿਆਦਾ ਮੈਨੂੰ ਲੱਗਿਆ ਵੀ ਮੈਨੂੰ ਤਾਂ ਹੋਰ ਪੜ੍ਹਨਾ ਚਾਹੀਦਾ ਸੀਗਾ। ਹਾਂਜੀ, ਫਿਰ ਮੇਰੀਆਂ ਇੰਟਰਵਿਊਆਂ ਹੋਣ ਲੱਗ ਗਈਆਂ ਅਖਬਾਰਾਂ ਦੇ ਵਿੱਚ, ਮੈਨੂੰ ਪ੍ਰੋਗਰਾਮਾਂ ਤੇ ਥਾਂ ਤੇ ਸੱਦਿਆ ਜਾਣ ਲੱਗਾ। ਤੇ ਮੈਂ ਕਿਹਾ ਵੀ ਸਾਰੇ ਕੋਈ MA ਪੜ੍ਹਿਆ, ਕੋਈ BA, ਕੋਈ ਵੀ, ਸਾਰੇ ਟੀਚਰ ਪ੍ਰੋਫੈਸਰ ਨੇ, ਤਾਂ ਸਾਰੇ ਲੇਖਕ ਨੇ ਜਿਹੜੇ ਵੀ, ਮੈਂ ਤਾਂ ਵੀ ਗਲਤੀ ਕਰ ਗਈ, ਮੈਂ ਤਾਂ ਹੋਰ ਪੜ੍ਹ ਲੈਣਾ ਚਾਹੀਦਾ ਸੀ। ਫਿਰ ਮੈਂ BA ਫਸਟ ਈਅਰ ਦਾ ਦਾਖਲਾ ਪਾ ਲਿਆ। ਹਾਂਜੀ, ਫਿਰ ਲਗਾਤਾਰ BA MA ਪੰਜਾਬੀ ਕਰਕੇ। ਹਾਂਜੀ 2002 ਤੱਕ ਦੇਖੋ, ਮੈਂ ਜਦੋਂ MA ਕੀਤੀ ਉਦੋਂ ਮੇਰੀਆਂ ਮੇਰੇ ਖਿਆਲ 5 ਕਿਤਾਬਾਂ ਆ ਗਈਆਂ ਸੀ। ਨਾਲ ਮੈਂ ਪੜ੍ਹਾਈ ਕੀਤੀ ਨਾਲ ਪੜ੍ਹਾਈ ਕੀਤੀ। ਇਹ ਹੈ ਜਨੂਨ, ਇਹਨੂੰ ਕਹਿੰਦੇ ਆ ਪੈਸ਼ਨ, ਜਨੂਨ ਜੀ। ਨਾਲ ਪੜ੍ਹਾਈ ਕੀਤੀ, ਨਾਲ ਕਿਤਾਬਾਂ ਲਿਖੀਆਂ, ਨਾਲ ਪ੍ਰੋਗਰਾਮਾਂ ਤੇ ਸਾਰੇ ਸਮਾਗਮ ਅਟੈਂਡ ਕਰਨੇ, ਮੀਟਿੰਗਾਂ ਤੇ ਜਾਣਾ, ਫਿਰ ਨਾਲ ਬੱਚੇ ਪੜ੍ਹਾਉਣੇ, ਤੇ ਨਾਲ ਘਰ ਪਰਿਵਾਰ ਵੀ ਆਪਣੇ ਆਪ ਹੀ ਸਾਂਭਣਾ, ਜਿਵੇਂ ਤੁਸੀਂ ਬਾਹਰ ਸਾਰਾ ਕੰਮ ਆਪ ਕਰਦੇ ਆ। ਤੇ ਮੈਮ ਫਿਰ
ਮੇਰਾ ਮੈਂ ਤੁਹਾਡੇ ਵੱਲ ਇੰਨਾ ਡੁੱਬ ਜਾਂਦੀ ਹਾਂ ਨਾ, ਮੈਨੂੰ ਭੁੱਲ ਹੀ ਜਾਂਦਾ ਮੇਰੇ ਦਿਮਾਗ 'ਚ ਤਾਂ। ਤੇ ਜਦੋਂ MA ਹੋ ਗਈ, ਉਹਦੇ ਤੋਂ ਬਾਅਦ ਤੁਸੀਂ ਜੀ ਨੌਕਰੀ ਵੀ ਕੀਤੀ, ਲੈਕਚਰਰ ਵੀ ਲੱਗੇ ਥੋੜੀ ਟਾਈਮ ਮੈਂ, ਲਈ। ਹਾਂਜੀ ਫਿਰ ਸਾਡੇ ਆਪਣੇ ਉੱਥੇ ਲੁਧਿਆਣੇ ਨਾ ਗਵਰਨਮੈਂਟ ਕਾਲਜ ਫॉर ਬॉयਜ਼, ਉਹਨਾਂ ਨੇ ਮੇਰੇ ਰੂਬਰੂ ਰੱਖਿਆ ਸੀ ਆਪਣੇ ਕਾਲਜ ਦੇ ਵਿੱਚ। ਤੇ ਅੱਛਾ ਜਦੋਂ ਜੀ। ਉੱਥੇ ਮੈਂ ਰੂਬਰੂ ਦੇ ਵਿੱਚ ਦੱਸਿਆ ਵੀ ਮੈਂ MA ਕੀਤੀ ਆ ਪੰਜਾਬੀ ਦੀ, ਹੁਣ ਵੀ ਇੰਨੀ ਦੇਰ ਬਾਅਦ ਮੇਰੀ ਪੜ੍ਹਾਈ ਹੁਣ ਪੂਰੀ ਹੋਈ ਆ, ਤੇ ਉਦੋਂ ਕੁਛ ਚਿਰ ਹੀ ਹੋਇਆ ਸੀਗਾ ਮੈਨੂੰ MA ਕੀਤੀ ਨੂੰ। ਤੇ ਉਹ ਸਾਰੇ ਨਾ ਮੇਰੀ ਮਤਲਬ ਪਾਠਕ ਤਾਂ ਸੀਗੇ ਹੀ, ਮੇਰੇ ਪੜ੍ਹਦੇ ਸੀਗੇ ਮੈਨੂੰ। ਉਦੋਂ ਮੈਂ ਅਖਬਾਰਾਂ 'ਚ ਬਹੁਤ ਛਪਦੀ ਸੀਗੀ, ਜੀ ਜੀ ਹੁਣ ਜੀ ਮੈਂ ਜੀ ਥੋੜੀ ਜੀ। ਆਲਸ ਕਰ ਉਦੋਂ ਜਾਂਦੀ ਹਾਂ, ਭੇਜਦੀ ਨਹੀਂ ਹੈਗੀ ਮੈਂ ਅਖਬਾਰਾਂ 'ਚ। ਉਦੋਂ ਮੈਨੂੰ ਚਾਅ ਹੁੰਦਾ ਸੀਗਾ ਅਖਬਾਰਾਂ ਮੈਗਜ਼ੀਨਾਂ 'ਚ। ਤੇ ਉਹਨਾਂ ਨੇ ਕਹਿੰਦੇ ਵੀ ਥੋੜੇ ਦਿਨਾਂ ਬਾਅਦ ਨਾ ਸਾਡੇ ਘਰ ਆ ਗਏ ਹੈਡਮਾਸਟਰ, ਨਹੀਂ ਮੁਖੀ, ਡਿਪਾਰਟਮੈਂਟ ਦੇ ਮੁਖੀ। ਤੇ ਉਹ ਕਹਿੰਦੇ ਵੀ ਸਾਡੇ ਨਾ ਬੱਚੇ ਤੁਹਾਡੇ ਪਾਠਕ ਨੇ, ਤੇ ਅਸੀਂ ਵੀ ਬਹੁਤ ਪੜ੍ਹਦੇ ਹਾਂ ਤੁਹਾਨੂੰ, ਵੀ ਤੁਸੀਂ ਹੁਣ MA ਕਰ ਲਈ ਆ ਤੇ ਤੁਸੀਂ ਨਾ ਇਹ ਸੇਵਾ ਕਰੋ, ਕਾਲਜ ਵਿੱਚ ਜੁਆਇਨ ਕਰ ਲਓ, ਤੁਸੀਂ ਪੰਜਾਬੀ ਪੜ੍ਹਾਓ ਬੱਚਿਆਂ ਨੂੰ, ਆਪਣੇ ਤਜਰਬੇ ਆਪਣੇ ਅਨੁਭਵ ਉਹਨਾਂ ਨਾਲ ਸਾਂਝੇ ਕਰੋ, ਵੀ ਤੁਹਾਡੇ ਤੋਂ ਪ੍ਰੇਰਨਾ ਮਿਲੂਗੀ ਬੱਚਿਆਂ ਨੂੰ। ਤਾਂ ਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਮੈਂ ਤਾਂ ਵੀ ਜਿਹੜੀ ਨੌਕਰੀ ਕਰਨ ਵਾਸਤੇ ਕੁਛ ਕੋਈ ਟ੍ਰੇਨਿੰਗ ਕੁਛ ਨਾ ਹੁੰਦਾ। ਮੈਂ ਕਿਹਾ ਮੈਂ ਤਾਂ ਕਾਲਜ ਕਦੇ ਪੜ੍ਹਨ ਨਹੀਂ ਗਈ, ਮੈਂ ਪੜ੍ਹਾਉਣ ਕਿਵੇਂ ਜਾਵਾਂ, ਮੈਂ ਤਾਂ ਕਾਲਜ ਦਾ ਮੈਂ ਕਿਹਾ ਕਿਤੇ ਮੂੰਹ ਨਹੀਂ ਦੇਖਿਆ। ਪਰ ਉਹਨਾਂ ਨੇ ਮੈਨੂੰ ਇੰਨਾ ਸਤਿਕਾਰ ਨਾਲ ਪ੍ਰੇਰਿਆ ਹਨਾ, ਤੇ ਫਿਰ ਮੈਂ ਚਲੋ ਜੁਆਇਨ ਕੀਤਾ ਉੱਥੇ। 1 ਸਾਲ ਮੈਂ ਪੜ੍ਹਾਇਆ ਸੀਗਾ ਉਸ ਕਾਲਜ ਦੇ ਵਿੱਚ। ਮੈਂ ਇੱਕ ਜਗ੍ਹਾ ਤੇ ਇਹ ਵੀ ਸੁਣਿਆ ਕਿ ਅੰਦਰ ਤੁਹਾਡੇ ਇਹ ਖੁਆਇਸ਼ ਸੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਦੀ, ਤੁਸੀਂ ਚਾਹੁੰਦੇ ਸੀ ਕਿ ਮੈਂ ਜੀ ਫਾਈਨੈਂਸ਼ੀਅਲੀ ਵੀ, ਹਾਲਾਂਕਿ ਉਹ ਬੜੀ ਜਲਦੀ ਪੂਰੀ ਹੋ ਗਈ, 1-2 ਸਾਲ ਦੇ ਵਿੱਚ, ਚਾਅ ਉਹ ਵਾਲਾ ਹਾਂ ਜਿਹੜਾ ਸੀ। ਜੀ ਜੀ ਪਰ ਆਪਣੀ ਮਦਰ ਨੂੰ ਦੇਖ ਕੇ ਹਾਂਜੀ ਹਾਂਜੀ ਤੁਸੀਂ ਫੀਲ ਕਰਦੇ ਸੀ ਕਿ ਉਹ ਮੇਰੇ ਫਾਦਰ ਤੋਂ ਪੈਸੇ ਮੰਗਦੇ ਹੈ ਆਪਣੀਆਂ ਛੋਟੀਆਂ ਛੋਟੀਆਂ ਜੀ ਚੀਜ਼ਾਂ ਲਈ, ਰੀਝਾਂ ਲਈ। ਸੋ ਇੱਕ ਆਪ ਵੀ ਜੀ ਮਿੱਥਿਆ ਹੋਇਆ ਸੀ ਕਿ ਇਹ ਵੀ ਮੈਂ ਜ਼ਰੂਰ ਕਰਨਾ ਹਾਂਜੀ ਹੈ ਫਾਈਨੈਂਸ਼ੀਅਲੀ। ਹਾਂਜੀ ਪ੍ਰੀਤ ਜੀ, ਮੈਨੂੰ ਏਦਾਂ ਲੱਗਦਾ ਸੀਗਾ ਵੀ ਜੇ ਕੁੜੀਆਂ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਵੀ ਜੇ ਕੁੜੀਆਂ ਕਮਾਉਂਦੀਆਂ ਹੋਣ, ਆਪਣੇ ਪੈਰਾਂ ਤੇ ਖੜੀਆਂ ਹੋਣ, ਫਿਰ ਉਹਨਾਂ ਨੂੰ ਮੁਥਾਜਕੀ ਨਹੀਂ ਸਹਿਣੀ ਪੈਂਦੀ ਹੈਗੀ, ਤਾਂ ਉਹ ਆਪਣੇ ਇੰਨਾ ਦੱਬ ਕੇ ਨਹੀਂ ਜਿਉਣਾ ਪੈਂਦਾ ਹਨਾ। ਜਿਵੇਂ ਮੇਰੀ ਮਾਂ ਨੇ ਆਪਣੀ ਜੀਵਨ ਸਾਰਾ ਦੱਬ ਕੇ ਜਿਉਇਆ, ਆਪਣੇ ਮੇਰੇ ਪਿਤਾ ਜੀ ਨੂੰ ਕੁੱਟਦੇ ਮਾਰਦੇ ਹੀ ਸੀਗੇ, ਤਾਂ ਵੀ ਵਿਚਾਰੀ ਕਿਤੇ ਨਹੀਂ ਸੀ। ਮੈਂ ਕਿ ਜੇ ਉਹਦੇ ਕੋਲ ਪੈਸੇ ਹੁੰਦੇ ਫਿਰ ਚਲੀ ਜਾਂਦੀ ਨਾ, ਉਹ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਹੈਗਾ, ਮੈਂ ਆਪਣੀ ਆਪ ਕਮਾ ਕੇ ਖਾਂਦੀ ਆ। ਤੇ ਮੈਨੂੰ ਲੱਗਦਾ ਸੀਗਾ ਵੀ ਜੇ ਮੈਂ ਕਮਾਉਂਗੀ ਤਾਂ ਫਿਰ ਮੈਨੂੰ ਆਪਣੀ ਮਾਂ ਵਰਗਾ ਜੀਵਨ ਨਹੀਂ ਜਿਉਣਾ ਪਊਗਾ। ਇਸ ਕਰਕੇ ਮੈਂ ਪੜ੍ਹਨਾ ਚਾਹੁੰਦੀ ਸੀ ਬਹੁਤ ਜ਼ਿਆਦਾ, ਤੇ ਨੌਕਰੀ ਕਰਨਾ ਚਾਹੁੰਦੀ ਸੀਗੀ, ਪਰ ਜਿਹੜੀ ਕਿ ਮੈਂ ਨਹੀਂ ਕਰ ਸਕੀ। ਜਦੋਂ ਤੱਕ ਮੈਨੂੰ ਕਾਲਜ ਵਿੱਚ ਨੌਕਰੀ ਮਿਲੀ ਸੀਗੀ, ਜਦ ਤੱਕ ਚਲੋ ਮੈਨੂੰ ਕੋਈ ਇਹੋ ਜਿਹੀ ਸਮੱਸਿਆ ਨਹੀਂ ਸੀ ਰਹੇਗੀ। ਤਾਂ ਫਿਰ ਇਸ ਕਰਕੇ ਮੈਂ ਆਪਣੇ ਜਿਹੜੇ ਵਿਦੇਸ਼ੀ ਜਿਹੜੇ ਮੈਨੂੰ ਟੂਰ ਹੁੰਦੇ ਸੀਗੇ, ਚਲੋ ਮੈਂ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਆਪਣੇ ਕਰੀਅਰ ਲਈ, ਵੀ ਚਲੋ ਜਿੱਥੇ ਮੈਨੂੰ ਮੇਰੇ ਪਾਠਕ, ਮੇਰੇ ਪ੍ਰਸ਼ੰਸਕ ਮੈਨੂੰ ਬੁਲਾਉਂਦੇ ਨੇ ਤਾਂ ਮੈਂ ਉੱਥੇ ਜਾਵਾਂ। ਤੇ ਮੈਮ ਮੇਰੇ ਜਾ ਕੇ ਮਨ 'ਚ ਆਪਣੀ ਨਾ ਤੁਹਾਡੀਆਂ ਪੜ੍ਹ ਕੇ ਪੋਇਮਸ ਔਰ ਤੁਹਾਡੀਆਂ ਇੰਟਰਵਿਊਜ਼ ਪੁਰਾਣੀਆਂ ਦੇਖ ਕੇ ਬਹੁਤ ਵਾਰੀ ਏਦਾਂ ਆਉਂਦਾ ਸੀ ਕਿ ਜਦੋਂ ਤੁਸੀਂ ਪੌੜੀਆਂ ਚੜ੍ਹ ਰਹੇ ਸੀ ਤਰੱਕੀ ਦੀਆਂ, ਆਪਣੇ ਆਪ ਨੂੰ ਸਮਝਣ ਜੀ ਦੀਆਂ, ਤੇ ਜੀ ਜਿੱਦਾਂ ਜਿੱਦਾਂ ਤੁਹਾਡੀ ਗਰੋਥ ਹੋ ਰਹੀ ਸੀ, ਤੇ ਜੀ ਤੁਸੀਂ ਕਦੀ ਏਦਾਂ ਫੀਲ ਕੀਤਾ ਕਿ ਤੁਹਾਡੇ ਪੇਰੈਂਟਸ ਨੂੰ, ਤੁਹਾਡੇ ਫਾਦਰ ਨੂੰ, ਮਦਰ ਨੂੰ ਇਸ ਗੱਲ ਦਾ ਕਦੀ ਤੁਹਾਨੂੰ ਦੇਖ ਕੇ ਪਛਤਾਵਾ ਹੋਇਆ ਹੋਵੇ ਕਿ ਇਹ ਸਾਰੇ ਮੌਕੇ ਅਸੀਂ ਕਿਉਂ ਨਹੀਂ ਦਿੱਤੇ, ਅਸੀਂ ਇਹਦੀ ਜ਼ਿੰਦਗੀ ਦਾ ਇੰਨਾ ਟਾਈਮ ਕਿਉਂ ਵੇਸਟ ਕਰ ਦਿੱਤਾ, ਜਾਂ ਇਹਦੇ 'ਚ ਇੰਨਾ ਕੈਲੀਬਰ ਸੀ, ਅਸੀਂ ਉਹਨੂੰ ਸਮਝਣ ਹਾਂਜੀ 'ਚ ਇੰਨੀ ਮਾਣ ਫੀਲ ਮੈਨੂੰ ਕਰਦੇ ਉਹਨਾਂ ਸੀ ਦੇ ਜਦੋਂ ਤੁਹਾਡੀ। ਮਾਣਤਾ ਮਹਿਸੂਸ ਕਰਦੇ ਸੀਗੇ, ਪਰ ਉਹ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਨਾ, ਆਪਣੀ ਮਾਂ ਨੂੰ ਵੀ ਤੇ ਆਪਣੀ ਸੱਸ ਨੂੰ ਵੀ। ਬਾਕੀ ਪਿਤਾ ਜੀ ਨਾਲ ਤਾਂ ਅਸੀਂ ਕਦੇ ਗੱਲ ਨਹੀਂ ਸੀ ਕਰਦੇ ਹੁੰਦੇ, ਬਹੁਤ ਜ਼ਿਆਦਾ ਉਹਨਾਂ ਦਾ ਡਰਦੇ ਸੁਭਾਅ ਸੀ ਉਹਨੂੰ। ਸੀਗਾ। ਹਾਂਜੀ ਡਰਦੇ ਸੀਗੇ। ਤੇ ਮੈਂ ਇਹਨਾਂ ਨੂੰ ਦੋਹਾਂ ਨੂੰ ਪੁੱਛਿਆ ਸੀਗਾ, ਮਾਵਾਂ ਆਪਣੀਆਂ ਨੂੰ, ਤੇ ਜਿਹੜੀ ਮੇਰੀ ਮਾਂ ਸੀ ਉਹਦਾ ਤੇ ਇਹੀ ਜਵਾਬ ਸੀਗਾ ਵੀ ਤੈਨੂੰ ਪਤਾ ਹੀ ਆ ਤੇਰੇ ਪਾਪਾ ਜੀ ਦੇ ਸੁਭਾਅ ਦਾ ਹਨਾ, ਤੇ ਵੀ ਉਹ ਆਪਾਂ ਨੂੰ ਕਿਤੇ ਲਿਖਣ ਪੜ੍ਹਨ ਦਿੰਦੇ ਉਹ। ਤੇ ਜਿਹੜੀ ਫਿਰ ਮੇਰੀ ਸੱਸ ਮਾਂ ਸੀਗੀ, ਤੇ ਉਹਦਾ ਜਵਾਬ ਬੜਾ ਪਿਆਰਾ ਸੀਗਾ। ਉਹ ਕਹਿੰਦੀ ਲੈ ਸਾਨੂੰ ਕੀ ਪਤਾ ਸੀਗਾ ਹੁਣ ਇਹ ਕਵਿਤਾ ਕੁਵਿਤਾ ਕੀ ਹੁੰਦੀ ਆ, ਸਾਨੂੰ ਕੀ ਪਤਾ ਸੀ ਹੁਣ ਤੂੰ ਕੀ ਬਣਨਾ ਹਨਾ, ਤੇ ਹੁਣ ਸਾਨੂੰ ਕੀ ਪਤਾ ਹੁਣ ਅਨਪੜ੍ਹ ਲੋਕਾਂ ਨੂੰ। ਤੇ ਬਸ ਪਰ ਏਦਾਂ ਕਹਿੰਦੇ ਉਹਨਾਂ ਨੇ ਉਹ ਤੇ ਤੁਹਾਡੀ 'ਚ ਬੜਾ ਖੁਸ਼ ਹੋ ਗਏ ਸੀ, ਉਹ ਤਾਂ ਫਿਰ ਤੁਹਾਡੀਆਂ ਕਿਤਾਬਾਂ ਨੂੰ ਆਪਣੀਆਂ ਕਿਤਾਬਾਂ ਤੇ ਆਪਣੀ ਹਾਂਜੀ ਜੀ ਹਾਂਜੀ, ਬੜਾ। ਉਹ ਉਹਨਾਂ ਦਾ ਜਿਹੜਾ ਬਿਹੇਵੀਅਰ ਸੀਗਾ ਨਾ ਮੇਰੇ ਲਈ,
ਉਹ ਬਹੁਤ ਹੀ ਜਾਨੀ ਉਥੋਂ ਉਹਨਾਂ ਦੀਆਂ ਸਾਰੀਆਂ ਉਤੋਂ ਪਤਾ ਲੱਗਦਾ ਸੀਗਾ ਵੀ ਕਿੰਨਾ ਉਹ ਮਾਣ ਕਰਦੇ ਆ। ਜਿਵੇਂ 2-3 ਗੱਲਾਂ ਮੈਂ ਦੱਸਦੀ ਹੁੰਦੀ ਆ ਕਈ ਵਾਰੀ ਆਪਣੇ ਰੂਬਰੂ ਚ, ਵੀ ਜਦੋਂ ਕਿ ਨਵੀਂ ਕਿਤਾਬ ਛਪ ਕੇ ਆਉਂਦੀ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਏਦਾਂ ਕਿਤਾਬ ਲੈ ਕੇ ਆਇਆ, ਅੱਗੇ ਪਿੱਛੇ ਮੇਰੀ ਫੋਟੋ ਦੇਖਣੀ ਜਾਂ ਮਾੜਾ ਮਾੜਾ ਅੱਖਰ ਵੀ ਜੋੜ ਲੈਂਦੇ ਸੀਗੇ, ਨਾਮ ਵੀ ਪੜ੍ਹ ਲੈਂਦੇ ਸੀਗੇ ਮੇਰਾ, ਵੀ ਸੁਖਵਿੰਦਰ ਦਾ ਨਾਮ ਲਿਖਿਆ ਹੋਇਆ ਇਹਦੇ ਤੇ। ਫਿਰ ਉਹ ਕਹਿੰਦੇ ਸੀਗੇ ਵੀ ਇਹਨੇ ਆਪਣੀ ਹੁਣ ਨਵੀਂ ਕਿਤਾਬ ਛਪੀ ਆ ਨਾ, ਤੇ ਮੈਂ ਕਹਿਣਾ ਹਾਂ ਵੀ ਜੀ, ਤੇ ਫਿਰ ਉਹਨਾਂ ਨੇ ਬਹੁਤ ਤੇ ਉਹ ਨਾ ਪੁੱਛਣਾ ਵੀ ਹੁਣ ਆਪਣੀਆਂ ਕਿਆ ਕਿਤਾਬਾਂ ਹੋ ਗਈਆਂ, ਤੇ ਫਿਰ ਮੈਂ ਕਹਿਣਾ ਵੀ ਜੀ ਇੰਨੀਆਂ ਹੋ ਗਈਆਂ ਨਾ, ਤੇ ਫਿਰ ਉਹਨਾਂ ਨੇ ਕਹਿਣਾ ਚੱਲ ਲਿਖਿਆ ਕਰ, ਹੋਰ ਲਿਖਿਆ ਕਰ, ਫਿਰ ਉਹਨਾਂ ਨੇ ਕਹਿਣਾ। ਤੇ ਫਿਰ ਜਦੋਂ ਮੈਂ ਨਾ ਕਿਤੇ ਉਹਨਾਂ ਨੇ ਵੀ ਬਾਹਰ ਬਹਿ ਜਾਣਾ ਹਨਾ, ਤੇ ਡਾਕ ਡਿੱਕੀ ਜਾਣੀ ਵੀ ਕੋਈ ਮੈਗਜ਼ੀਨ ਕਿਤਾਬ ਕੋਈ ਚਿੱਠੀ ਨਾ ਸੁਖਵਿੰਦਰ ਦੀ ਆਊਗੀ, ਫਿਰ ਉਹਨਾਂ ਨੂੰ ਉਹ ਚਿੱਠੀ ਪੜ੍ਹਨ ਚ ਵੀ ਮਾਣ ਮਹਿਸੂਸ ਹੁੰਦਾ ਸੀਗਾ। ਹਾਂ ਵੀ ਜਿਹੜੀ ਮੈਂ ਕਹਿੰਦੀ ਵੀ ਚਿੱਠੀ ਦਾ ਆਉਣਾ, ਕਿਸੇ ਦੇ ਘਰ ਨਹੁੰ ਧੀ ਦੇ ਨਾਂ ਤੇ ਕੋਈ ਚਿੱਠੀ ਆ ਜਾਂਦੀ ਸੀ ਤਾਂ ਮਤਲਬ ਉਹ ਬਹੁਤ ਵੱਡਾ ਇੱਕ ਗੁਨਾਹ ਗਿਣਿਆ ਜਾਂਦਾ ਸੀਗਾ, ਬਹੁਤ ਵੱਡਾ ਇੱਕ ਜ਼ੁਲਮ, ਮਤਲਬ ਜੁਰਮ ਗਿਣਿਆ ਜਾਂਦਾ ਸੀਗਾ ਵੀ ਇਹ ਕੀ ਹੋ ਗਿਆ ਹਨਾ। ਪਰ ਉਹ ਉਸ ਚਿੱਠੀ ਤੇ ਉਹ ਮੈਂ ਉਹਨਾਂ ਨੂੰ ਮਾਣ ਕਰਦੇ ਦੇਖਿਆ ਵੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿਹਦੀ ਆਈ ਆ, ਕਿਉਂ ਆਈ ਆ, ਪਰ ਉਹ ਚਿੱਠੀ ਦੇਖ ਕੇ ਖੁਸ਼ ਹੋ ਜਾਂਦੇ ਸੀਗੇ ਵੀ ਚਿੱਠੀਆਂ ਆਈਆਂ ਨੇ। ਮੇਰਾ ਮਤਲਬ ਸੋਚ ਦੇਖ ਲਓ ਕਿੰਨੀ, ਹਾਂ ਦੋ ਅਲੱਗ-ਅਲੱਗ ਬਦਲਦਾ ਦੇਖਿਆ, ਜਾਣੀ ਕਿ ਮੈਂ ਪ੍ਰੀਤ ਜੀ ਉਹ ਯੁੱਗ ਬਦਲਦਾ ਦੇਖਿਆ ਆਪਣੇ ਘਰ ਪਰਿਵਾਰ ਦੇ ਵਿੱਚ ਵੀ, ਏਦਾਂ ਯੁੱਗ ਬਦਲਦੇ ਆ। ਤਾਂ ਹੀ ਮੈਂ ਨਾ ਉਹ ਜਿਹੜੀ ਤੁਸੀਂ ਕਵਿਤਾ ਦਾ ਕਹਿੰਦੇ ਸੀਗੇ ਹਨਾ, ਤੁਸੀਂ ਥੋੜੀ ਜਿਹੀ ਦੇਖਿਆ ਯੁੱਗ, ਤੁਸੀਂ ਥੋੜੀ ਜਿਹੀ ਸੌਰੀ ਪਰ ਤੁਸੀਂ ਉਹ ਸੁਣਾ ਦੋਗੇ, ਥੋੜੀ ਸ਼ੇਅਰ ਕਰੋਗੇ, ਬਿਕਾਜ਼ ਮੇਰੀ ਸੁਣਾਈ ਉਹ ਫੀਲ ਨਹੀਂ ਆਉਂਦੀ ਜੋ ਤੁਹਾਡੇ ਆਪਣੇ ਮੂੰਹੋਂ। ਤੇ ਨਹੀਂ ਆਪਾਂ ਚਲੋ ਗੱਲਾਂ ਕਰਦੇ ਆ, ਕਿਉਂਕਿ ਉਹ ਨਾ ਕਾਫੀ ਇੰਟਰਵਿਊਜ਼ ਚ ਹੈਗੀ ਆ, ਉਹ ਹਰ ਵਾਰੀ ਸੁਣਾਉਣੀ ਹੁੰਦੀ ਆ, ਮੈਂ ਸੁਣ ਲੈਂਦੇ ਆ ਬਹੁਤ ਥੋੜੀ ਜਿਹੀ ਸੁਣਾ ਦੋ ਜੀ। ਪਰ ਮੈਂ ਉਸ ਕਵਿਤਾ ਦੀ ਜਿਹੜੀ ਬੈਕਗਰਾਉਂਡ ਦੱਸਦੀ ਆ ਵੀ ਮੈਂ ਉਹ ਸੱਚੀ ਯੁੱਗ ਬਦਲਦੇ ਦੇਖੇ ਆ, ਮਤਲਬ ਮੈਂ ਆਪਣੇ ਦੋਨੇ ਪਰਿਵਾਰ ਬਦਲਦੇ ਦੇਖੇ ਆ, ਗਾਹਾਂ ਆਪਣੀ ਅਗਲੀ ਪੀੜ੍ਹੀ, ਆਪਣੇ ਬੱਚੇ ਦੇਖੇ ਬਦਲੇ ਹੋਏ। ਸੋ ਮੈਨੂੰ ਜੇ ਮੈਂ ਕਹਾਂ ਵੀ ਮੈਂ ਕਵਿਤਾ ਲਿਖ ਕੇ ਕੀ ਪ੍ਰਾਪਤ ਕੀਤਾ, ਤਾਂ ਮੈਂ ਕਹਿੰਦੀ ਵੀ ਮੈਂ ਆਪਣੇ ਜਿਹੜੇ ਪਰਿਵਾਰ, 2 ਘਰ, ਉਹਨਾਂ ਦੇ ਜੀਆਂ ਦੀ ਜਿਹੜੀ ਸੋਚ ਬਦਲੀ ਗਈ ਮੇਰੇ ਪੜ੍ਹਨ ਲਿਖਣ ਦੇ ਨਾਲ, ਵੀ ਉਹੀ ਮੇਰੀ ਬਹੁਤ ਇੱਕ ਵੱਡੀ ਪ੍ਰਾਪਤੀ ਆ। ਬਾਕੀ ਦੁਨੀਆ, ਚਲੋ ਦੁਨੀਆ ਬਾਰੇ ਮੈਂ ਕੁਛ ਕਹਿੰਦੀ ਨਹੀਂ, ਮੇਰੀਆਂ ਕਵਿਤਾਵਾਂ ਨੇ ਦੁਨੀਆ ਬਦਲੀ ਆ ਕਿ ਨਹੀਂ ਬਦਲੀ। ਸੁਖਵਿੰਦਰ ਮੈਮ, ਬੱਚੇ ਕਿੱਦਾਂ ਸਾਰੀ ਚੀਜ਼ ਨੂੰ, ਉਦੋਂ ਤੱਕ ਬੱਚੇ ਵੀ ਗਰੋ ਅਪ ਹੋ ਰਹੇ ਸੀ, ਉਹ ਵੀ ਸਮਝਦੇ ਸੀ ਕਿ ਮਦਰ ਸਾਡੇ ਇੰਨੀ ਮਿਹਨਤ ਕਰ ਰਹੇ ਆ, ਲਿਖਦੇ ਆ ਔਰ ਪੜ੍ਹ ਵੀ ਰਹੇ ਨਾਲ ਨਾਲ, ਉਹਨਾਂ ਦਾ ਕਿੱਦਾਂ ਤੁਹਾਨੂੰ ਰਿਹਾ ਰਿਸਪੌਂਸ? ਮੇਰੇ ਬੱਚਿਆਂ ਨੇ ਉਹ ਮੇਰਾ ਸਟਰਗਲ ਦੇਖਿਆ, ਕਿਉਂਕਿ ਜਦੋਂ ਮੈਂ ਛੋਟੀ ਜਿਹੀ ਸੀ, ਜਦੋਂ ਬੱਚੇ ਵੀ ਹੋ ਗਏ ਸੀਗੇ, ਤੇ ਉਹਨਾਂ ਨੇ ਦੇਖਿਆ ਵੀ ਕਿ ਮੰਮੀ ਸਾਡੇ ਨਾਲ ਪੜ੍ਹਨ ਜਾਂਦੀ ਆ, ਜਾਂ ਉਹ ਮਤਲਬ ਘਰੇ ਆ ਕੇ ਸਾਨੂੰ ਵੀ ਪੜ੍ਹਾਉਂਦੀ ਆ, ਆਪ ਵੀ ਪੜ੍ਹਦੀ ਆ, ਰੋਟੀ ਵੀ ਪਕਾ ਕੇ ਖਵਾਉਂਦੀ ਆ ਸਾਰਿਆਂ ਨੂੰ। ਸੋ ਹੁਣ ਉਦੋਂ ਤਾਂ ਨਿਆਣੇ ਸੀਗੇ, ਪਰ ਹੁਣ ਇੱਕ ਮੈਗਜ਼ੀਨ ਨਿਕਲਦਾ ਵਾ ਇੱਥੇ ਨਾ ਆਪਣੇ ਪੰਜਾਬੀ ਚ, ਉਹਦਾ ਨਾਮ ਹੋਣਾ। ਅੱਛਾ ਜੀ। ਤੇ ਉਹ ਆਪਣੇ ਪੰਜਾਬੀ ਦਾ ਵੱਡਾ ਰਸਾਲਾ ਗਿਣਿਆ ਜਾਂਦਾ ਅੱਜ ਦੇ। ਉਹ ਕਿੱਥੇ ਜੀ? ਆਸਟ੍ਰੇਲੀਆ? ਉਹਦੇ ਨਹੀਂ, ਇੱਥੇ ਆਪਣੇ ਇੱਥੇ ਪੰਜਾਬ ਚ ਹੀ। ਹਾਂਜੀ, ਇੱਥੇ ਮੋਹਾਲੀ ਹੈਗੇ ਉਹਨਾਂ ਦੇ ਸੰਪਾਦਕ ਸੁਸ਼ੀਲ ਦਸਾਂਝ ਹੋਣੇ ਹਨਾ, ਤੇ ਉਹ ਕੱਟਦੇ ਆ। ਉਹਦੇ ਵਿੱਚ ਨਾ ਇੱਕ ਲੰਮੀ ਇੰਟਰਵਿਊ ਹੁੰਦੀ ਆ ਹਰ ਵਾਰੀ, ਤੇ ਉਹਦੇ ਵਿੱਚ ਮੇਰੀ ਲੰਮੀ ਇੰਟਰਵਿਊ ਛਪੀ ਪਿੱਛੇ ਜਿਹੇ, ਤੇ ਉਹਦੇ ਵਿੱਚ ਉਹ ਫਿਰ ਬੱਚਿਆਂ ਦੇ, ਪਰਿਵਾਰ ਦੇ ਜੀਆਂ ਦੇ ਵੀ ਵਿਚਾਰ ਰੱਖਦੇ ਨੇ, ਇੱਕ ਇੱਕ ਡੱਬੀ ਲਾਉਂਦੇ ਆ ਨਾ। ਤੇ ਮੇਰੇ ਬੱਚਿਆਂ ਦੀ ਜਦੋਂ ਉਹਨਾਂ ਨੇ ਡੱਬੀ ਲਾਈ, ਮੇਰੇ ਪਰਿਵਾਰ ਦੇ ਜੀਆਂ ਦੀ, ਮੇਰੇ ਹਸਬੈਂਡ ਦੀ ਵੀ, ਮੇਰੇ ਬੇਟੇ ਬੇਟੀ ਦੀ, ਮੇਰੇ ਨੌਂ ਜਵਾਈ ਦੀ ਵੀ ਹਨਾ, ਤੇ ਉਹਨਾਂ ਨੇ ਜਦੋਂ ਲਿਖਿਆ ਮੇਰੇ ਬਾਰੇ, ਤਾਂ ਉਦੋਂ ਮੈਨੂੰ ਪਤਾ ਲੱਗਿਆ ਵੀ ਉਹ ਉਦੋਂ ਕੀ ਮਹਿਸੂਸ ਕਰਦੇ ਸੀ ਤੇ ਹੁਣ ਕੀ ਮਹਿਸੂਸ ਕਰਦੇ ਆ। ਬੋਲ ਕੇ ਨਹੀਂ ਦੱਸਦੇ? ਬੋਲ ਕੇ ਨਹੀਂ ਦੱਸਿਆ ਕਦੀ? ਬੋਲ ਕੇ ਕਈ ਵਾਰੀ ਉਹੋ ਜਿਹੀਆਂ ਗੱਲਾਂ ਨੀ ਨਾ ਹੁੰਦੀਆਂ, ਜਿਵੇਂ ਬੰਦੇ ਦਿਲ ਦੇ ਵਿੱਚ ਜਿਹੜੇ ਡੂੰਘੇ ਵਿਚਾਰ ਹੁੰਦੇ ਆ, ਕਈ ਵਾਰੀ ਆਪਣੀ ਬੋਲ ਚਾਲ ਵਿੱਚ ਨਹੀਂ ਆਏ। ਤਾਂ ਬਹੁਤ ਮਾਣ ਕਰਦੇ ਆ, ਪਿਆਰ ਕਰਦੇ ਆ, ਉਹ ਆਪ ਵੀ ਤੁਕਾਂ ਜੋੜ ਲੈਂਦੇ ਆ ਬੱਚੇ। ਅੱਛਾ ਜੀ, ਅੱਛਾ ਅੱਛਾ। ਹਾਂਜੀ, ਪਰ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਮੇਰੇ ਬਾਰੇ, ਫਿਰ ਮੈਂ ਰੋਪੀ ਸੀਗੀ ਪੜ੍ਹ ਕੇ। ਤੇ ਮੇਰੇ ਹਸਬੈਂਡ ਨੇ ਵੀ, ਉਹ ਕਦੇ ਨੀ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਕੀਤੀ ਸੀਗੀ, ਤੇ ਜਦੋਂ ਉਹਨਾਂ ਨੇ ਲਿਖਿਆ ਹਨਾ ਵੀ ਜਦੋਂ ਸੁਖਵਿੰਦਰ ਦੇਖਿਆ ਵੀ ਜਦੋਂ ਵਿਆਹ ਕੇ ਲਿਆਂਦੇ ਆ ਅਸੀਂ ਇਹਨੂੰ ਹਨਾ, ਵੀ ਮੇਰੇ ਮਾਪੇ ਨੇ ਦੇਖਿਆ ਵੀ ਦਾਜ ਨਹੀਂ ਹੈਗਾ, ਪੇਟੀ ਚ ਵੀ ਕੁਛ ਖਾਸ ਨਹੀਂ, ਖਾਲੀ ਪਈ ਆ ਹਨਾ,
ਤੇ ਸਾਡੇ ਘਰ ਕਲੇਸ਼ ਪੈ ਗਿਆ ਤੇ ਮੇਰਾ ਦੂਜਾ ਵਿਆਹ ਕਰਨ ਨੂੰ ਕਹਿਣ ਲੱਗ ਗਏ ਉਹ, ਹਨਾ। ਤੇ ਉਹ ਗੱਲਾਂ ਦਾ ਮੈਨੂੰ ਜਾਣੀ ਪਤਾ ਨਹੀਂ ਸੀ, ਮੇਰੇ ਹਸਬੈਂਡ ਨੇ ਕਦੇ ਨਹੀਂ ਸੀ ਕੀਤੀਆਂ, ਉਹਦੇ ਵਿੱਚ ਲਿਖੀਆਂ ਹੋਈਆਂ ਸੀਗੀਆਂ। ਫਿਰ ਜਦੋਂ ਉਹਨਾਂ ਨੇ ਤੇ ਉਹਨਾਂ ਨੇ ਤੁਹਾਡੇ ਬਾਰੇ ਕੀ ਲਿਖਿਆ? ਸਾਰਿਆਂ ਨੇ ਬਸ ਪਿਆਰ ਕੀਤਾ ਮੈਨੂੰ। ਬਹੁਤ ਖੂਬਸੂਰਤ। ਆ ਦੇਖੋ, ਜਿਹੜੀ ਇੰਨੇ ਸਬਰ ਤੇ ਸੰਤੋਖ ਨਾਲ ਹੌਲੀ 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 ਤੁਸੀਂ ਇੰਨਾ ਕੁਝ ਸਿੱਖਣ ਨੂੰ ਹੈ ਨਾ ਤੁਹਾਡੇ ਤੋਂ, ਸੁਖਵਿੰਦਰ ਮੈਮ। ਅੱਛਾ, ਤੁਸੀਂ ਅਕਸਰ ਹਮੇਸ਼ਾ ਇਹ ਮਤਲਬ ਕਹਿੰਦੇ ਹੋ ਕਿ ਜਿਹੜੀਆਂ ਤੁਹਾਡੀਆਂ ਰਾਈਟਿੰਗਸ ਨੇ, ਮੈਨੂੰ ਏਦਾਂ ਲੱਗਦਾ ਹੈ ਬਿਲਕੁਲ ਹਰ ਇੱਕ ਕੁੜੀ ਦੀ ਆਵਾਜ਼, ਜਿਹੜਾ ਤੁਸੀਂ ਮਾਹੌਲ ਦੇ ਵਿੱਚ ਸੋਚ 'ਚ ਤਬਦੀਲੀ ਚਾਹੁੰਦੇ ਹੋ, ਉਹਦੇ ਬਾਰੇ ਹੀ ਸਾਰੀ ਗੱਲ ਹੁੰਦੀ ਹੈ, ਆਪਣੇ ਤਰੀਕੇ ਨਾਲ ਫੀਲ ਕਰਕੇ। ਤੁਸੀਂ ਆਪਣਾ ਗੁੱਸਾ, ਆਪਣਾ ਜਿਹੜੀ ਫਰਸਟ੍ਰੇਸ਼ਨ ਸੀ, ਜੋ ਵੀ ਮਨ ਦੀ ਉਹ ਤਲਖੀਆਂ ਜੋ ਨਹੀਂ ਅੱਛਾ ਲੱਗ ਰਿਹਾ ਸੀ ਆਲੇ ਦੁਆਲੇ, ਉਹ ਆਪਣੀਆਂ ਲਿਖਤਾਂ ਵਿੱਚ ਕੱਢਦੇ ਰਹੇ। ਤੇ ਤੁਹਾਨੂੰ ਲੱਗਦਾ ਹੈ ਪਹਿਲਾਂ ਵਾਲੇ ਉਹਦੇ ਨੇ, ਤੁਸੀਂ ਘਰ 'ਚ ਤਾਂ ਕਹਿੰਦੇ ਹੋ ਯੁੱਗ ਬਦਲਦੇ ਦੇਖਿਆ, ਪਰ ਤੁਹਾਨੂੰ ਲੱਗਦਾ ਹੈ ਕਿ ਔਰਤ ਅੱਗੇ ਨਾਲੋਂ ਬੈਟਰ ਪੋਜੀਸ਼ਨ ਤੇ ਹੈਗੀ ਹੈ ਅੱਜ? ਹਾਂਜੀ ਪ੍ਰੀਤ ਜੀ, ਬਹੁਤ ਔਰ ਮਾਈਂਡਸੈਟ ਵਿੱਚ ਤਬਦੀਲੀ ਆਈ ਹੈ ਲੋਕਾਂ ਦਾ, ਜਿਹੜਾ ਸੋਚਣ ਦਾ? ਨਹੀਂ, ਜ਼ਿਹਨੀ ਤੌਰ ਤੇ ਹਾਲੇ ਥੋੜੀ ਜੀ ਮਤਲਬ ਹੋਰ ਬਦਲਾਅ ਆਉਣਾ ਚਾਹੀਦਾ ਵਾ, ਹੋਰ ਜਾਗਰੂਕਤਾ ਆਉਣੀ ਚਾਹੀਦੀ ਆ। ਹਾਲੇ ਇਨਸਾਫ ਨਹੀਂ ਮਿਲ ਰਿਹਾ ਔਰਤਾਂ ਨੂੰ, ਪਰ ਉਹਦੇ ਹਾਲਾਤ ਬਦਲੇ ਹੋਏ ਆ ਸਾਡੀ ਪੁਰਸ਼ਾਂ ਦੀ ਦੁਨੀਆ ਦੇ ਵਿੱਚ। ਜਿਵੇਂ ਪਹਿਲਾਂ, ਜਿਵੇਂ ਅਸੀਂ ਜਿਵੇਂ ਮੇਰੀ ਮਾਂ ਨੇ, ਜਾਂ ਅਸੀਂ ਮਤਲਬ ਆਪਣਾ ਸਾਹ ਰੋਕ ਰੋਕ ਕੇ ਜਿਉਏ ਹਨਾ ਕੰਧਾਂ ਦੇ ਪਿੱਛੇ, ਪਰ ਸਾਡੀਆਂ ਧੀਆਂ ਨੌਹਾਂ ਹੁਣ ਹੋਰ ਤਰ੍ਹਾਂ ਜਿਉ ਰਹੀਆਂ ਨੇ, ਉਹਨਾਂ ਦੇ ਬੱਚੇ ਹੋਰ ਤਰ੍ਹਾਂ ਜਿਉਣਗੇ। ਸੋ ਇਸ ਤਰ੍ਹਾਂ ਬਹੁਤ ਮਤਲਬ ਸਮੇਂ ਦੇ ਹਿਸਾਬ ਨਾਲ ਫਰਕ ਪੈ ਰਿਹਾ। ਔਰ ਮੈਨੂੰ ਪੂਰਾ ਯਕੀਨ ਆ ਵੀ ਅਸੀਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ, ਸਾਡੀਆਂ ਔਰਤਾਂ ਹਨਾ, ਇਹ ਸਾਡੀ ਜਨਸੰਖਿਆ ਦੀ ਜਿਹੜੀ ਅੱਧੀ ਵਸੋਂ, ਜਿਹੜੀ ਹਲੇ ਵੀ ਇਨਸਾਨਾਂ ਵਾਂਗੂ ਨਹੀਂ ਜਿਉਂਦੀ ਸਾਡੇ ਸਮਾਜ ਵਿੱਚ, ਖਾਸ ਕਰਕੇ ਤੇ ਭਾਰਤੀ ਸਮਾਜ ਦੀ ਮੈਂ ਗੱਲ ਕਰਦੀ ਹਾਂ, ਵੀ ਇਹ ਵੀ ਮੈਨੂੰ ਲੱਗਦਾ ਹੁੰਦਾ ਵੀ 2-3 ਪੀੜ੍ਹੀਆਂ ਤੱਕ ਇਹ ਇਨਸਾਨਾਂ ਵਾਂਗੂ ਜਿਉਣ ਲੱਗ ਜਾਣਗੇ। ਬਿਲਕੁਲ। ਮੈਂ ਤੁਹਾਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਕਰਨਾ ਚਾਹੁੰਦੀ, ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ, ਕਿ ਚਲੋ ਉਹ ਮਾਵਾਂ ਧੀਆਂ ਵਾਲੀ ਤਾਂ ਮੈਂ ਆਪ ਹੀ ਸੁਣਾ ਦੂੰਗੀ ਕਦੇ ਸਭ ਨੂੰ, ਤੇ ਇੱਕੋ ਜਿਹੜੀ ਸੀ ਮੇਰੀ ਹੁਣ ਮੇਰੀ ਮਾਂ ਕਰਕੇ, ਜਾਂ ਹੁਣ ਮਾਂ, ਹਾਂਜੀ ਹਾਂਜੀ, ਮਾਂ ਬਾਰੇ ਆ। ਹਾਂਜੀ, ਤੁਸੀਂ, ਮੈਨੂੰ ਪਤਾ ਉਹ ਥੋੜੀ ਲੰਬੀ ਹੈ, ਪਰ ਉਹ ਇੰਨੀ ਜ਼ਿਆਦਾ ਦਿਲ ਨੂੰ ਛੂੰਹਦੀ ਹੈ ਕਿ ਮੈਂ ਚਾਹੁੰਦੀ ਹਾਂ ਕਿ ਜਿਹਨਾਂ ਨੇ ਨਹੀਂ ਵੀ ਸੁਣੀ ਉਹ ਜ਼ਰੂਰ ਸੁਣਨ ਤੁਹਾਡੇ ਜ਼ੁਬਾਨੀ। ਕੋਈ ਮੈਂ ਇੱਥੇ ਆਪਣੀ ਡਾਇਰੀ ਹੈਗੀ ਮੇਰੇ ਕੋਲ, ਡਾਇਰੀ 'ਚ ਹੋਊਗੀ ਉਹ, ਵੈਸੇ ਮੈਂ ਛੇਤੀ ਛੇਤੀ ਪੜ੍ਹ ਦੂੰਗੀ, 3 ਮਿੰਟ 'ਚ ਪੜ੍ਹ ਦੂੰਗੀ। ਹਾਂਜੀ 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 ਹਨਾ, ਤੇ ਕਿਉਂਕਿ ਨਾ ਉਹ ਮੈਂ ਉਹ ਨਾ ਆਪਣੇ ਫਾਦਰ ਨੂੰ ਪੜ੍ਹ ਕੇ, ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਈ ਫੋਨ ਤੇ ਜੀ, ਤੇ ਜਦੋਂ ਮੈਂ ਖਤਮ ਕੀਤੀ, ਮੈਂ ਨੈਟ ਤੋਂ ਪੜ੍ਹ ਰਹੀ ਸੀ, ਉਹਨਾਂ ਨੂੰ ਮੈਂ ਦੱਸ ਰਹੀ ਸੀ ਕਿ ਮੈਂ ਕਿਹਨਾਂ ਨਾਲ ਇੰਟਰੈਕਟ ਕਰਨਾ ਹੈ, ਤੇ ਜਦੋਂ ਮੈਂ ਖਤਮ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਹੈਲੋ, ਤੁਸੀਂ ਬੋਲੇ ਨਹੀਂ, ਉਹ ਗਲਾ ਉਹਨਾਂ ਦਾ ਬਿਲਕੁਲ ਚੋਕ ਹੋਇਆ ਤਾਂ ਤੁਹਾਨੂੰ ਹੁਣ ਪਤਾ ਲੱਗਾ ਸਾਡੀ ਗੰਗਾ ਯਮੁਨਾ ਜਿਹੜੀ ਬਹਿੰਦੀ ਹੈ ਉੱਥੋਂ ਆਈ ਹੈ ਪਿੱਛੋਂ। ਮੈਂ ਪ੍ਰੀਤ ਜੀ, ਹਾਂਜੀ, ਮੇਰੀ ਕਵਿਤਾ ਲੱਭ ਗਈ ਹੈ ਤੇ ਮੈਂ ਤੁਹਾਨੂੰ ਸੁਣਾਉਣੀ ਆ। ਪਲੀਜ਼ ਪਲੀਜ਼। ਹਾਂਜੀ, ਇਸ ਕਵਿਤਾ ਦਾ ਨਾਮ ਰੱਖਿਆ ਸੀ ਹੁਣ ਮਾਂ। ਹੁਣ ਮਾਂ ਬੁੱਢੀ ਹੋ ਗਈ ਹੈ, ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ। ਪਤਾ ਨਹੀਂ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ। ਸ਼ੀਸ਼ੇ ਮੁਰੇ ਖੜ ਕੇ ਲੰਮੀ ਗੁੱਤ ਗੁੰਦਦੀ ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ ਤੇ ਛਣ ਛਣ ਕਰਦੀਆਂ ਝਾਂਜਰਾਂ। ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਿਆਂ ਤੋਂ ਸਹਿਮੀ ਮਲੂਕ ਜਿਹੀ ਮਾਂ। ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੀ ਗੀਤਾਂ ਵਾਲੀ ਕਾਪੀ, ਜਿਸਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ। ਪਰ ਹੌਲੀ ਹੌਲੀ ਵਧਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚਿੰਤਾ। ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਬੜਕਾਂ, ਵਿਹੜੇ ਵਿੱਚ ਫਿਰਦੀਆਂ ਅਣਸੱਦੀਆਂ ਪ੍ਰਾਹੁਣੀਆਂ ਵਰਗੀਆਂ ਧੀਆਂ ਨੂੰ ਦੇਖ ਦੇਖ ਕੇ। ਹੌਲੀ ਹੌਲੀ ਕਮਲਾਉਣ ਲੱਗੀ ਮਾਂ ਦੀ ਮਮਤਾ,
ਹੌਲੀ ਹੌਲੀ ਪਥਰਾਉਣ ਲੱਗੇ ਮਾਂ ਦੇ ਚਾਅ, ਰੁਲਣ ਲੱਗੀ ਮਾਂ ਦੀ ਗੀਤਾਂ ਵਾਲੀ ਕਾਪੀ, ਬਿਖਰਨ ਲੱਗੀਆਂ ਗੀਤਾਂ ਦੀਆਂ ਸਤਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਵੀਣੀ ਚੋਂ ਕੱਚ ਦੀਆਂ ਵੰਗਾਂ, ਬਿਖਰ ਗਏ ਜ਼ਿੰਦਗੀ ਦੇ ਰੋੜਾਂ ਵਾਲੇ ਰਾਹ ਵਿੱਚ ਝਾਂਜਰਾਂ ਦੇ ਬੋਰ, ਮੰਗਤੀ ਨੂੰ ਦਾਨ ਕਰ ਦਿੱਤਾ ਮਾਂ ਨੇ ਮੋਤੀਆਂ ਵਾਲਾ ਸੂਟ। ਫਿਰ ਮੈਂ ਕਦੇ ਨਹੀਂ ਤੱਕਿਆ ਮਾਂ ਨੂੰ ਸ਼ੀਸ਼ੇ ਮੂਹਰੇ ਖੜ ਕੇ ਕੱਜਲੇ ਦੀ ਧਾਰ ਪਾਉਂਦਿਆਂ। ਫਿਰ ਕਦੇ ਯਾਦ ਨਹੀਂ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿੱਚ ਮੰਜੇ ਤੇ ਬੈਠੀ ਡੌਰ ਭੌਰ ਝਾਕਦੀ ਰਹਿੰਦੀ ਹੈ ਸੁੰਨੇ ਦਰਵਾਜ਼ੇ ਵੱਲ, ਆਸ ਕਰਦੀ ਹੈ ਉਸ ਦੀ ਕੋਈ ਧੀ ਸਹੁਰਿਆਂ ਤੋਂ ਆਵੇ, ਆ ਕੇ ਉਸ ਦੇ ਗਲ ਨੂੰ ਲਿਪਟ ਜਾਵੇ, ਉਸ ਦੇ ਅਥਰੂ ਪੁੰਜੇ ਜ਼ਖਮਾਂ ਤੇ ਦਲਾਸੇ ਦੀ ਮੱਲਮ ਲਾਵੇ ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸਨੂੰ ਘੁੱਟ ਕੇ ਮਿਲਣਾ, ਨਹੀਂ ਉਸ ਦੇ ਗਲ ਲੱਗ ਕੇ ਰੋਣਾ, ਨਹੀਂ ਕਰਨੀ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਨਾ ਬਚਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਨਾ ਹੰਢਾ ਸਕੀ, ਜਿਸ ਦੀ ਲੰਮੀ ਗੁੱਤ ਮੇਰੇ ਪਿਓ ਨੇ 1000 ਵਾਰ ਪੁੱਟੀ, ਜਿਸ ਦੀ ਹਰ ਸੱਦਰ ਸੀਨੇ ਵਿੱਚ ਧੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਵਿੱਚ ਛੁਪਾਉਂਦੀ ਰਹੀ ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ, ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨਪਸੰਦ ਗੀਤ ਦੀ ਇੱਕ ਵੀ ਸਤਰ ਨਾ ਗਾਈ। ਨਹੀਂ, ਮੈਂ ਭਾਵੁਕ ਨਹੀਂ ਹੋਣਾ, ਨਹੀਂ ਜਾਣਾ ਉਸ ਦੇ ਅਥਰੂ ਪੁੰਝਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ। ਨਹੀਂ, ਮੈਂ ਭਾਵੁਕ ਨਹੀਂ ਹੋਣਾ, ਨਹੀਂ ਜਾਣਾ ਉਸ ਦੇ ਅਥਰੂ ਪੁੰਝਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ। ਪਰ ਸ਼ਾਇਦ ਮੈਂ ਆਪਣੀ ਮਾਂ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ। ਗੁਨਾਹ ਹੈ ਆਪਣੀਆਂ ਹੁਸੀਨ ਸਦਰਾਂ ਤੇ ਹੁਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ਼ ਰੋਟੀ ਦੇ ਟੁਕੜਿਆਂ ਖਾਤਰ ਹੀਰੇ ਜੀ ਜਿੰਦ ਦਾ ਭੁੱਲ ਜਾਣਾ। ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰਹੀਣ ਹੱਥਾਂ ਵਿੱਚ ਬਿਖਰ ਜਾਣ ਦੇਣਾ, ਸੰਧੂਰ ਨਾਲ ਲਿਬੜੀ ਹੋਈ ਬਰਛੀ ਨੂੰ ਸੀਨੇ ਵਿੱਚ ਉਤਰ ਜਾਣ ਦੇਣਾ। ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਦਾਇਰੇ ਵਿੱਚ ਸਿਮਟ ਜਾਣਾ, ਸੂਹੀ ਫੁਲਕਾਰੀ ਵਿੱਚ ਲਾਸ਼ ਬਣ ਕੇ ਲਿਪਟ ਜਾਣਾ, ਤੇ ਮੇਰੀਆਂ ਅੰਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਤੇ ਮੇਰੀਆਂ ਅੰਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ। ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾਵੇ ਵਿੱਚ ਲੈਂਦੀ ਹਾਂ ਉਸਦੀ ਕਮਲਾ ਚੁੱਕੀ ਕਾਇਆ, ਪੂੰਝਦੀ ਹਾਂ ਅੱਖਾਂ ਦੇ ਟੋਇਆਂ ਚੋਂ ਡੱਬ ਡਬਾਉਂਦੇ ਹੰਝੂ, ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ। ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰਹੀਣ ਹੱਥਾਂ ਵਿੱਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਮੈਂ ਕਿੱਦਾਂ ਆਪਣੇ ਆਪ ਨੂੰ ਰੋਕਿਆ ਹੋਇਆ ਨਾ ਹੁਣ ਸੁਣ ਕੇ, ਬਿਊਟੀਫੁਲ। ਰੁਕਣਾ ਹੀ ਪੈਂਦਾ। ਅੰਦਰੋਂ ਜਿਹੜੀਆਂ ਇਹ ਤੁਹਾਡੀਆਂ ਜਿੰਨੀਆਂ ਵੀ ਸਾਰੀਆਂ ਲਿਖਤਾਂ ਹੈ ਨਾ, ਇਹ ਕਿਸੇ ਪੈਟਰਨ ਜਾਂ ਕਿਸੇ ਉਹਦੇ ਵਿੱਚ ਨਹੀਂ, ਇਹ ਬਿਲਕੁਲ ਰੂਹ ਚੋਂ ਨਿਕਲ ਕੇ ਰੂਹ ਤੱਕ ਜਾਂਦੀਆਂ। ਔਰ ਆਈ ਥਿੰਕ ਇਸੇ ਕਰਕੇ ਇਹ ਇੰਨੀਆਂ ਖਾਸ, ਇੰਨੀਆਂ ਸਪੈਸ਼ਲ ਹੈ ਮੈਮ। ਥੈਂਕ ਯੂ ਸੋ ਮਚ, ਤੁਸੀਂ ਆ ਕੇ ਸਾਡੇ ਨਾਲ ਸਾਰੀ ਗੱਲਬਾਤ ਕੀਤੀ, ਸਾਡੇ ਨਾਲ ਆਪਣੀ ਕਹਾਣੀ ਸ਼ੇਅਰ ਕੀਤੀ। ਮੈਨੂੰ ਬੜਾ ਹੌਸਲਾ ਮਿਲਦਾ ਹੈ ਤੁਹਾਡੀ ਸਾਰੀ, ਜਦੋਂ ਵੀ ਇੰਟਰਵਿਊ ਦੇਖਦੀ ਹਾਂ ਜਾਂ ਤੁਹਾਡੀ ਲਿਖਤਾਂ ਪੜ੍ਹਦੀ ਹਾਂ, ਇੰਨੀ ਤਾਕਤ ਮਿਲਦੀ ਹੈ। ਔਰ ਤੁਹਾਨੂੰ ਦੇਖ ਕੇ ਇਹ ਦਿਲ ਕਰਦਾ ਹੈ ਕਹਿਣ ਨੂੰ ਕਿ ਅਸੀਂ ਵੀ ਪ੍ਰੋਮਿਸ ਕਰਦੇ ਹਾਂ, ਕੁਛ ਵੀ ਹੋਏ, ਔਖਾ ਟਾਈਮ ਆਏ ਸੌਖਾ ਟਾਈਮ ਆਏ, ਗਿਵ ਅਪ ਨਹੀਂ ਕਰਾਂਗੇ। ਥੈਂਕ ਯੂ। ਬਸ ਇਹੀ ਪ੍ਰਾਪਤੀ ਆ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ। ਥੈਂਕ ਯੂ, ਮਿਹਰਬਾਨੀ। ਥੈਂਕ ਯੂ।